जी दोस्तों, आपसे मौजूदा गुजारिश है एक बार हमारे साथ मिलकर दुरूशी पढ़ लें। औज़ु बिल्लाहि मिनश्शैतानिर्रजीम, बिस्मिल्लाहिर्रहमानिर्रहीम। अल्लाहुम्मा सल्लि अला सय्यिदिना मुहम्मदिन व अला आलि सय्यिदिना मुहम्मदिन व बारिक वसल्लम। या हय्यु या क़य्यूम ला इलाहा इल्ला अंता सुब्हानका इन्नी कुन्तु मिनज़ ज़ालिमीन। अमजद अली ऑफिशियल चैनल देखने वाले मेरे तमाम दोस्तों को अस्सलाम वालेकुम। दोस्तों, आज हमने उस्ताद अजीम साहब से टाइम लिया है, तो कुछ मेडिसन के हवाले से कुछ पूछेंगे। और मेरा जो मेन सवाल है उस्ताद अजीम साहब से ये होगा कि आजकल तो हम ऑक्टाफैक्स से या ज़ेंटल से या और तरीके से कबूतरों का पेट साफ करते हैं, उनके कीड़ों की दवाई देते हैं, पेट के जो कीड़े होते हैं उनकी दवाई देते हैं। तो जो पहले वक्त में लोग किस चीज़ से काम लेते थे, पहले भी तो कीड़े पैदा होते थे पेट में, तो वो किस चीज़ से पैदा होते थे और उसका इलाज क्या होता था, उस वक्त में इलाज कैसे किया जाता था, कौन सी चीज़ ऐसी दी जाती थी देसी जिससे कबूतर का अंदर साफ हो जाता था। तो अस्सलाम वालेकुम भाई। वालेकुम अस्सलाम। क्या हाल है सर, ठीक ठाक, कैसे? अल्लाह दा बड़ा करम। अच्छा अजीम भाई, मेरा ਤੁਹਾਡੇ ਕੋਲ सवाल है, उर्दू जी गल करना पसंद करो या पंजाबी जी ठीक रहेगी? नहीं, पंजाबी च करांगा मैं। ठीक। अच्छा, इस तरह है कि पहले वक्त ਦੇ ਵਿੱਚ मतलब कि 70 ਤੋਂ ਪਹਿਲੇ ਜਾਂ 70 ਦੇ ਦੌਰ ਦੇ ਵਿੱਚ 1970 ਦੇ ਵਿੱਚ ਅਸੀਂ ਕਬੂਤਰਾਂ ਨੂੰ ਆਕਟਾਫੈਕ ਜਾਂ ਜ਼ੈਂਟਲ ਤੇ ਨਹੀਂ ਦਿੰਦੇ ਸੀ। नहीं, बिल्कुल नहीं। ਤੇ ਕਿਸ ਤਰ੍ਹਾਂ ਕਬੂਤਰਾਂ ਦਾ ਪੇਟ ਸਾਫ਼ ਕੀਤਾ ਜਾਂਦਾ ਸੀ? सर जी, मेरे दोस्त ना, सब तो पहले तो अस्सलाम वालेकुम सारे दोस्तां ਨੂੰ ਬਜ਼ੁਰਗਾਂ ਨੂੰ। ਸਹੀ। अगर मेरे किसी गल नाल किसी दे दोस्त दी कोई दिल आजारी होवे ते मैं हाथ जोड़ के माफी मांग। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਅਜ਼ੀਮ ਭਾਈ। अमजद साहब, हुण पुरानी कबूतरबाजी रही नहीं। सही, हाँ जी, बिल्कुल ऐसे रही है जी। पुरानी कबूतरबाजी रही नहीं। सही। मैं अगे एक दफा ਤੁਹਾਡੀ ਵੀਡੀਓ 'ਚ ਕਿਹਾ ਸੀ ਕਿ ਮੈਨੂੰ 100 ਚੋਂ 1 ਤੋਂ ਲੈ ਕੇ 5% ਉਸਤਾਦ ਹੋਣਗੇ ਜਿਹੜੇ ਕਬੂਤਰ ਨੂੰ ਡਾਲ ਲਈ ਖੁਰਾਕ ਬਣਾਉਂਦੇ ਨੇ ਨਾ, जी ਤੇ ਉਹ ਆਪ ਵੀ ਚੱਖਦੇ ਹੋਣ। बिल्कुल सही। ਅੱਜ ਤੋਂ 60 ਤੋਂ 70 ਸਾਲ ਪਹਿਲੇ ਉਸਤਾਦ ਜਿਹੜੇ ਖੁਰਾਕ ਬਣਾਉਂਦੇ ਸੀ ਨਾ जी ਉਹ ਪਹਿਲੇ ਆਪ ਖਾਂਦੇ ਸੀ ਤੇ ਫਿਰ ਕਬੂਤਰ ਨੂੰ ਦਿੰਦੇ ਸੀ ਸਹੀ। ਕਿ ਕਬੂਤਰ ਨੂੰ ਨੁਕਸਾਨ ਤੇ ਨਹੀਂ ਦੇਗੀ। सही। ਇੰਨਾ ਪਿਆਰ ਕਰਦੇ ਸੀ ਕਬੂਤਰ ਨਾਲ। अपने परिंदे ਦੇ ਨਾਲ जी। ਹੁਣ ਤੇ ਉਹ ਪਰਿੰਦੇ ਵੀ ਨਹੀਂ ਰਹੇ, ਕ੍ਰਾਸ ਕਰ ਕਰਕੇ ਇਹਨਾਂ ਨੇ ਇੰਨਾ ਕੁ ਛੱਡ ਦਿੱਤਾ। ਤੁਸੀਂ ਮੇਰੇ ਖੁੱਡੇ ਚ ਆਇਆ, ਤੁਸੀਂ ਮੇਰਾ ਖਾ ਲਿਆ। ਮੇਰੇ ਕੋਲ 2-3 ਨਸਲਾਂ ਨੇ ਪੁਰਾਣੀਆਂ ਪੁਰਾਣੀਆਂ ਖਤਮ ਜਿਹੜੀਆਂ ਤੁਸੀਂ ਵੇਖੀਆਂ ਵੀ ਨੇ। ਹਾਂਜੀ। ਮੇਰੇ ਕੋਲ ਖਤੰਗ ਨੇ, ਹਰੇ ਨੇ, ਹਾਂਜੀ, ਸ਼ਾਹ ਸਿਰੇ ਨੇ, ਸਹੀ। ਪੁਰਾਣੇ ਔਰ ਉਹਨਾਂ ਦੇ ਪਰ ਦਾ ਸਾਈਜ਼, ਔਰ ਤੁਸੀਂ ਮੇਰੇ ਹਰੇ ਤੇ ਖਤੰਗ ਤੁਸੀਂ ਵੇਟ ਚ ਦੇਖੋਗੇ ਨਾ, ਤੁਸੀਂ ਕਹੋਗੇ ਇਹ ਉੱਡ ਨਹੀਂ ਸਕਦੇ। ਸਹੀ। ਤੇ ਉਹ ਇਹ ਕਹਿੰਦੇ ਨੇ ਕਿ ਵੀ ਜੇਠ ਨੂੰ ਤੂੰ ਜੇਠ ਧੱਪ ਤੇ ਅਸੀਂ ਉੱਡ ਕੇ ਬਹਾਨੇ ਆ। ਸਹੀ, ਮਾਸ਼ਾਅੱਲਾ। ਸਹੀ। ਤੁਸੀਂ ਜਿੰਨਾ ਵੀ ਕ੍ਰਾਸ ਪਾਓਗੇ ਨਾ, ਕਬੂਤਰ ਦੀ ਵਾਪਸੀ ਘਟਦੀ ਜਾਏਗੀ जी ਲੇਕਿਨ ਪਰਵਾਜ਼ ਉਹਦੀ ਵੱਧ ਜਾਏਗੀ, ਉਹਦੀ ਮਜ਼ਬੂਤੀ ਨਹੀਂ ਹੋਏਗੀ ਪਰਵਾਜ਼। से वापसी घट जाएगी, फर्क पाई। ਵਾਪਸੀ 100% ਘਟੇਗੀ। सही। ਸਰ ਜੀ, ਮੈਂ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਸੁਣਾਉਣ ਲੱਗਾ ਜੀ। ਵਾਂ। ਸਭ ਤੋਂ ਪਹਿਲੇ ਤਾਂ ਮੈਂ ਗੱਲ ਕੱਟਣ ਡਿਆ ਸੀ, ਤੁਹਾਨੂੰ ਇਹ ਦੱਸ ਦਿਆਂ ਕਿ ਪੁਰਾਣੇ ਵਕਤ 'ਚ ਮੁੰਜ ਦੇ ਵਾਣ ਦੇ ਨਾਲ ਸਫਾਈ ਹੁੰਦੀ ਸੀ। मुंज दे वाण दे नाल? ਹਾਂਜੀ। वो किस तरह? ਜਦੋਂ ਮੰਜੀਆਂ ਟੁੱਟ ਜਾਂਦੀਆਂ ਸੀ ਨਾ ਤੇ ਬਜ਼ੁਰਗ ਉਹ ਬਾਂਹ ਨੂੰ ਜੀ। ਤੋੜੇ 'ਚ ਪਾ ਕੇ ਸੰਭਾਲ ਲੈਂਦੇ। ਤੇ ਮਲਮਲ ਦੇ ਕੱਪੜੇ ਦੇ ਵਿੱਚ ਬੰਨ ਕੇ ਨਾ ਉਹਨੂੰ ਜੀ। 12 ਤੋਂ 24 ਘੰਟੇ ਲਈ ਭਿਓ ਛੱਡਦੇ ਸੀ। अच्छा, कपड़े जो बनना जरूरी है? ਲਾਜ਼ਮੀ ਛਿਲਤਰ ਕਬੂਤਰ ਦੇ ਅੰਦਰ ਚਲੇ ਜਾ, ਕਬੂਤਰ ਜ਼ਖਮੀ ਹੋ ਜਾਏਗਾ। अच्छा। ਦਿਲ 'ਚ ਵੀ ਜਾ ਸਕਦੀ ਹੈ ਛਿਲਤਰ। सही। ਗਲੇ ਚੜ ਜਾਏ ਕਬੂਤਰ, ਦਾਣਾ ਖਾਣ ਤੋਂ ਆਤਰ ਹੋ ਜਾਏਗਾ। सही। ਉਹਨੂੰ ਕੱਪੜੇ 'ਚ ਬੰਨਣਾ, ਕਿਸੇ ਵੀ ਬਰੀਕ ਕੱਪੜੇ 'ਚ ਬੰਨ ਕੇ ਉਹਨੂੰ ਉਹਦੇ ਵਿੱਚ ਜਿਹੜਾ ਨਾ ਤੁਸੀਂ ਰੱਖ ਦਿਓ। ਜੀ। ਫਿਰ ਦੁਬਾਰਾ ਜਦੋਂ ਸਵੇਰੇ ਤੁਸੀਂ ਪਾਣੀ ਪਾਣਾ ਹੈ ਨਾ ਕਬੂਤਰ ਨੂੰ, जी ਔਰ ਉਹਨੂੰ ਪੁਣ ਕੇ ਤੇ ਪਾਓ। पुण के पाना। सही। ਕੱਪੜੇ ਨਾਲ ਪੁਣਨਾ ਹੈ, ਜਿਹੜੀਆਂ ਅਸੀਂ ਚਾਹ ਪਾਉਣੀ ਆ ਦੂਜੀ ਚੀਜ਼ਾਂ ਇਹਦੇ ਨਾਲ ਨਹੀਂ, ਉਹਦੇ 'ਚੋਂ ਨਿਕਲ ਜਾਂਦੀ ਛਿਲਤਰ। सही। ਉਹ ਪੁਣ ਕੇ ਪਾਓ। ਇੱਕ ਤੇ ਤੁਸੀਂ ਵੇਖਣਾ ਸਵੇਰੇ ਤੁਹਾਡੇ ਕਬੂਤਰ ਦੀ ਹਾਲਤ ਹੀ ਹੋਰ ਹੋਏਗੀ। ਸਹੀ। ਅੱਜ ਅਸੀਂ ਕਬੂਤਰ ਨੂੰ ਆਕਸਾਫੈਕਸ, ਸਿਸਟਮੈਕਸ, ਜ਼ੈਂਟਲ ਜਾਂ ਹੋਰ ਜਿੰਨੇ ਵੀ ਜੀ। ਇਹ ਮੈਡੀਸਨ ਜਦੋਂ ਦਿੰਨੇ ਆ ਨਾ, ਜੀ। ਤੇ ਕਬੂਤਰ ਜਿਹੜਾ ਨਾ ਉਹ ਤਾਂ ਖੁਰ ਜਾਂਦਾ ਵਿਚਾਰਾ, सही। ਉਹਦੇ ਤੇ ਪੱਲੇ ਕੱਖ ਨਹੀਂ ਰਹਿੰਦਾ, सही 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 सही। इतना कमजोर हो जाएगा कबूतर? ਕਮਜ਼ੋਰ ਹੁੰਦਾ ਹੈ। वो जेंटल वगैरह? ਹਾਂਜੀ, ਤੁਸੀਂ ਆ ਮੁੰਜ ਦਾ ਪਾਣੀ ਔਰ ਉਸ ਤੋਂ ਬਾਅਦ ਫਿਰ ਸੌਂਤ, अच्छा, रसौंस। सही। ਫਿਰ ਸੌਂਤ ਦਾ ਪਾਣੀ ਬਣਾ ਕੇ ਉਹ ਦਿਓ। ਇਹ ਦੋਵਾਂ ਚੀਜ਼ਾਂ ਦੇਣ ਤੋਂ ਬਾਅਦ ਤੁਸੀਂ ਵੇਖਣਾ ਕਬੂਤਰ ਚ ਐਕਟਿਵ ਹੋਏਗਾ ਤੁਹਾਡਾ, ਸੁਸਤ ਨਹੀਂ ਹੋਏਗਾ। रसौंस किस तरह दी है भाई? पानी ਪਾਣੀ 'ਚ ਭਿਓ ਕੇ। अच्छा, किन्ने पानी च? फर्ज करो 5 लीटर ਪਾਣੀ ਦੇ ਵਿੱਚ ਤੁਸੀਂ ਕੋਈ ਲੈ ਕੇ ਕੋਈ 20-30 ਰੁਪਏ ਦੀ ਉਹ ਪਾਣੀ 'ਚ ਭਿਓ ਦਿਓ। जी। ਤੁਸੀਂ ਜ਼ਿਆਦਾ ਪਾਣੀ 'ਚ ਵੀ ਭਿਓ ਸਕਦੇ ਹੋ। सही। ਕਿਉਂਕਿ ਹੁਣ ਮੈਨੂੰ ਵੀ ਇਸਤੇਮਾਲ ਕੀਤੇ ਕਾਫੀ ਅਰਸਾ ਹੋ ਗਿਆ। ਮੈਂ ਵੀ ਦੇਖੋ ਜੀ, ਮੇਰੀ ਏਜ ਦਾ ਵੀ ਮਸਲਾ ਹੈ। ਤੁਸੀਂ ਮੇਰੇ ਕੋਲ ਵੇਖਿਆ ਕਿੰਨਾ ਕਬੂਤਰ ਹੈ। हाँ जी, माशाल्लाह। ਤੇ ਮੈਂ ਜਿਹੜਾ ਨਾ ਹਰ ਬੰਦੇ ਦੀ, ਹੁਣ ਤੁਸੀਂ ਵੇਖਿਆ ਮੇਰੇ ਕੋਲ ਛੱਤ ਦੇ ਉੱਤੇ 1 ਇੰਚ ਛਾਂ ਨਹੀਂ ਹੁੰਦੀ। सही। हाँ जी, कोई शक नहीं। ਤੇ ਮੈਂ 3 ਟਾਈਮ ਜਾ ਕੇ ਕਬੂਤਰਾਂ ਨੂੰ ਬਿਲਾ ਨਾਗਾ ਵੇਖਣਾ, ਤੇ ਜੀ। ਕਬੂਤਰ ਮੂੰਹ ਤੇ ਨਹੀਂ ਖੋਲਣ ਦਾ। सही।
ਤੇ ਤੁਸੀਂ ਆ ਕੇ ਵੇਖਣਾ ਮੇਰੇ ਕੋਲ ਕਬੂਤਰ ਚੁੰਝ ਖੋਲ ਕੇ ਤੁਹਾਨੂੰ ਵਹਾਏ। ਇਹ ਮੇਰੇ ਬਜ਼ੁਰਗਾਂ ਨੇ ਮੈਨੂੰ ਕੋਈ ਜੋ ਕੁਝ ਦੱਸਿਆ ਤੇ ਮੈਂ ਜੋ ਕੁਝ ਵੇਖਿਆ ਹੈ ਉਹ ਦੱਸਣਾ ਪਿਆ ਹੁਣ। ਨਹੀਂ ਇਹਦੇ ਨਾਲ ਕਬੂਤਰ ਤਲਖੀ ਵੀ ਖਤਮ ਕਰ ਜਾਂਦਾ ਹੈ। ਤੁਸੀਂ ਸਾਡੀ ਇਹ ਪਾਣੀ ਤੁਸੀਂ ਪਾਣੀ ਪਿਆ ਕੇ ਵੇਖੋ। ਸਹੀ ਭਾਈ ਅਮਜਦ, ਮੈਂ ਅੱਗੇ ਵੀ ਇੱਕ ਵਾਰੀ ਸਵਾਲ ਕੀਤਾ ਸੀ, ਕਿਸੇ ਨੇ ਮੈਨੂੰ ਇਹਦਾ ਜਵਾਬ ਨਹੀਂ ਦਿੱਤਾ ਕਿ ਅੱਜ ਤੋਂ 60-70 ਸਾਲ ਪਹਿਲੇ ਕਬੂਤਰਾਂ ਦੀ ਪਟਾਈ ਕਿਵੇਂ ਕਰਦੇ ਸੀ। ਸਹੀ ਹਾਂਜੀ। ਆ ਹੁਣ ਤੇ ਲੋਕੀ ਦੋਵੇਂ ਵੀ ਪੁੱਟਦੇ, ਪਰੀਆਂ ਵੀ ਪੁੱਟਦੇ, 10-10 ਪਰ ਵੀ ਪੁੱਟਦੇ। ਇਹ ਤੁਸੀਂ ਮੁੰਜ ਦਾ ਦੱਸ ਦਿਓ ਤਾਂ ਕਿ ਇਹਦਾ ਤਰੀਕਾਕਾਰ ਪਿਆਨ ਦਾ ਦੱਸੋ। ਸਾਰੇ ਮੁੰਜ ਦਾ ਜਿਹੜਾ ਪੁਰਾਣਾ ਮਾਨ ਲੈਣਾ ਤਾਂ ਨਵਾਂ ਮਾਨ ਜਿਹੜਾ ਉਹ ਅਸਰ ਨਹੀਂ ਕਰੇਗਾ। ਸਹੀ। ਮੁੰਜ ਦੇ ਮਾਨ ਦੀ ਮੰਜੀ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਵਕਤ ਕੱਢਦੀ, ਸਭ ਤੋਂ ਲੇਟ ਉੱਠਦੀ ਨਾ। ਇੱਕ ਪੁਰਾਣਾ ਮਤਲਬ ਕਿ ਤੁਸੀਂ ਆ ਘਰ ਮੰਜੀ ਹੈ ਨਾ, ਹੁਣ ਦੇਖੋ ਜੀ ਹਰ ਬੰਦਾ ਕਹਿੰਦਾ ਮੇਰਾ ਕੰਮ ਜਿਹੜਾ ਨਾ 5 ਮਿੰਟ ਚ ਹੋ ਜਾ ਜੀ। ਹੁਣ ਮੈਂ ਕੋਈ ਤੁਹਾਨੂੰ ਕਬੂਤਰ ਉਡਾਉਣ ਦੀ ਖੁਰਾਕ ਵੀ ਦੱਸਾਂਗਾ ਨਾ, ਲੋਕੀ ਉਂਝ ਬਦਾਮ ਹੀ ਨਹੀਂ ਘੋਟ ਸਕਦੇ। ਸਹੀ। ਉਹਦੇ 4-4 ਘੰਟੇ ਬਦਾਮ ਘੋਟਣੇ ਪੈਂਦੇ ਸੀ। ਸਹੀ ਸਹੀ ਸਹੀ। ਹੁਣ ਤਾਂ ਕਹਿੰਦੇ ਨੇ ਗ੍ਰਾਈਂਡਰ 'ਚ ਪਾਓ ਜਾਂ ਇੰਜ ਕਰਕੇ 4 ਰਗੜੇ ਦਵੋ ਤੇ ਚੱਲ ਵੀ ਪਾਸੇ ਕਬੂਤਰ ਨੂੰ ਖੁਰਾਕ ਦਿਓ। ਅੱਛਾ। ਖੁਰਾਕ ਤੁਸੀਂ ਬਣਾਉਣ ਦੇ ਟਾਈਮ ਤੁਸੀਂ ਜਿੰਨਾ ਬਦਾਮ ਨੂੰ ਰਗੜੋਗੇ ਉਹਦੀ ਤਾਕਤ ਖਤਮ ਹੋਏਗੀ। ਅੱਛਾ। ਸਹੀ। ਸਭ ਤੋਂ ਵੱਡੀ ਗੱਲ, ਮੈਂ ਬੇਸ਼ੁਮਾਰ ਮੇਰੇ ਸੱਚੇ ਰਿਸ਼ਤੇਦਾਰ ਮੇਰੇ ਭਤੀਜੇ ਚੈਂਪੀਅਨ ਹੋਏ ਨੇ ਜੀ। ਪਿਛਲੇ ਸਾਲ ਉਹਨਾਂ ਨੇ ਬੜੀਆਂ ਛੱਤਾਂ ਨੂੰ ਹਰਾਇਆ ਜੀ। ਮੈਂ ਉੱਥੋਂ ਲੜ ਕੇ ਸਿਰਫ ਇਸ ਗੱਲ ਤੋਂ ਉੱਠ ਕੇ ਆ ਗਿਆ ਸੀ ਕਿ ਜੀ ਉਹਨਾਂ ਬਦਾਮ ਸਹੀ ਨਹੀਂ ਰਗੜੇ। ਮੁੰਜ ਦੇ ਵਾਣ ਨੂੰ ਭਿਓ ਦਿਓ ਕਮ ਸੇ ਕਮ 12 ਘੰਟੇ, ਉਹ ਭਿੱਜੇ ਹੋਵੇ ਪੁਰਾਣਾ। ਸਹੀ। ਨਵਾਂ ਵਾਣ ਕੰਮ ਨਹੀਂ ਕਰੇਗਾ। ਸਹੀ ਬਿਲਕੁਲ। ਤੇ ਨਵਾਂ ਮੁੰਜ ਦਾ ਲੱਭਦਾ ਹੀ ਨਹੀਂ। ਮਤਲਬ ਪਿੰਡਾਂ ਸਮਝ ਤੇ ਵੀ ਲੱਭ ਜਾਂਦਾ। ਆ ਹੁਣ ਮੈਂ ਰਾਣੇ ਨੂੰ ਦੱਸਿਆ ਸੀ, ਰਾਣੇ ਨੂੰ ਫੋਨ ਕਰਕੇ ਪੁੱਛ ਲੈਣਾ, ਉਹਨੇ ਪਾਣੀ ਦਿੱਤਾ, ਉਹਨੇ 2 ਵਾਰੀ ਆਕਸਾਵੈਕਸ ਦਿੱਤੀ, ਕੀੜੇ ਨਹੀਂ ਨਿਕਲੇ। ਮੈਂ ਰਾਣੇ ਨੂੰ ਕਿਹਾ 2 ਦਿਨ ਪਾਣੀ ਲਗਾਤਾਰ ਪਾ, ਉਹਨੂੰ ਲੱਭ ਗਿਆ ਪੁਰਾਣਾ ਵਾਣ। ਅੱਛਾ। ਉਹਨੇ ਪਾਣੀ ਬਣਾ ਕੇ ਪਾਇਆ। ਤੁਸੀਂ ਵੀ ਰਾਣਾ ਸਾਹਿਬ ਨੂੰ ਜਾਣਦੇ ਜਦੋਂ ਅਸੀਂ ਗਏ ਸੀ। ਉਹਨੇ ਪਾਣੀ ਪਾਇਆ, ਕਬੂਤਰਾਂ ਨੇ ਇੰਜ ਸਾਫ਼ ਹੋਣੇ ਤੇ ਉਹ ਕਹਿੰਦਾ ਮੇਰੇ ਤੇ ਕਬੂਤਰ ਢਿੱਲੇ ਸੀ ਤੇ ਕਬੂਤਰ ਠਾਪਾ ਹੀ ਇੰਜ ਮਾਰਦੇ ਨੇ। ਅਮਜਦ ਸਾਹਿਬ ਪੁਰਾਣੇ ਕਬੂਤਰ ਕੱਟੇ ਇੰਜ ਤਾਲ ਮਾਰਦੇ ਸੀ ਕਿ ਤੀਸਰੇ ਘਰ 'ਚ ਪਤਾ ਲੱਗਦਾ ਸੀ। ਅੱਜ ਕੱਲ ਤੇ ਪੱਠਾ ਤਾਲ ਮਾਰੇ ਤੇ ਪਤਾ ਨਹੀਂ ਲੱਗਦਾ। ਸਹੀ ਗੱਲ ਹੈ। ਕਬੂਤਰਾਂ ਦੇ ਗੁੱਟਾਂ 'ਚ ਜਾਣ ਹੀ ਨਹੀਂ ਹੈਗੀ। ਤੇ ਅੱਛਾ, ਖੁਰਾਕ ਚਲੋ ਮੁੰਜ ਦੇ ਵਾਣ ਦੀ ਹੋ ਗਈ ਕਿ ਇਹ ਕਬੂਤਰ ਨੂੰ ਤਾਕਤ ਵੀ ਦਿੰਦਾ ਹੈ ਔਰ ਪੇਟ ਦੇ ਕੀੜੇ ਵੀ ਸਾਫ਼ ਕਰਦਾ ਹੈ ਔਰ ਇਹਨੂੰ 12 ਘੰਟੇ ਕਮ ਸੇ ਕਮ ਭਿਉਣਾ ਹੈ। ਕਮ ਸੇ ਕਮ 12 ਘੰਟੇ ਭਿਓ ਦਿਓ। ਹਾਂਜੀ। ਫਿਰ ਇਹਨੂੰ ਪੁਣੋ, ਕੱਪੜੇ 'ਚ ਬੰਨ ਕੇ ਭਿਉਣਾ। ਮੈਂ ਫਿਰ ਦੱਸਣ ਡਿਆ ਜੀ। ਤੇ ਮਿੱਟੀ ਦੇ ਬਰਤਨ 'ਚ ਭਿਉਣਾ ਜਾਂ ਆਮ ਬਾਲਟੀ ਵਗੈਰਾ ਜਿਹਦੇ 'ਚ ਮਰਜ਼ੀ ਭਿਓ ਲਓ ਯਾਰ। ਹੁਣ ਤੇ ਮਿੱਟੀ ਦਾ ਬਰਤਨ ਤੇ ਆਮ ਹੁੰਦਾ, ਵੈਸੇ ਲੋਕਾਂ ਨੇ ਪਲਾਸਟਿਕ ਕੱਢਿਆ। ਮਿੱਟੀ ਦੇ ਬਰਤਨ 'ਚ ਹਾਂ ਇੱਕ ਹੋਰ ਚੀਜ਼, ਹਾਂਜੀ ਤੁਹਾਨੂੰ ਪਤਾ ਦੀ ਗੱਲ ਦੱਸਣ ਲੱਗਾ ਜੀ। ਸ਼ਾਇਦ ਕੋਈ ਦੋਸਤ ਮੇਰੀ ਗੱਲ ਨਾਲ ਐਗਰੀ ਕਰੇ ਨਾ ਕਰੇ, ਕੋਸ਼ਿਸ਼ ਕਰੋ ਜਿਹੜੀ ਕਨਾਲੀ ਤੁਸੀਂ ਕਬੂਤਰਾਂ ਲਈ ਜਾਂ ਘੋਟਣ ਲਈ ਜਾਂ ਪਾਣੀ ਪਾਣ ਲਈ ਇਸਤੇਮਾਲ ਕਰਨੀ ਉਹ ਚਨਾਹ ਦੀ ਮਿੱਟੀ ਦੀ ਹੋਵੇ। ਚਨਾਹ ਦੀ ਮਿੱਟੀ ਦੀ। ਅੱਛਾ, ਚਨਾਹ ਦੀ ਮਿੱਟੀ ਦੀ ਤੇ ਰਾਵੀ ਦੀ ਮਿੱਟੀ ਜਾਂ ਹੋਰ ਇਲਾਕਿਆਂ ਦੀ ਮਿੱਟੀ 'ਚ ਕੀ ਫਰਕ ਹੈ? ਸਰ ਜੀ, ਰਾਵੀ ਜਿਹੜਾ ਨਾ ਉਹ ਜਲਾਲੀ ਹੈ। ਅੱਛਾ। ਇਹ ਬੜਾ ਇਫੈਕਟ ਜੇ। ਸਹੀ ਸਹੀ। ਕੁਝ ਦੋਸਤ ਮੇਰੇ ਇਹਦੇ ਨਾਲ ਐਗਰੀ ਕਰਨਗੇ, ਕੁਝ ਨਹੀਂ ਐਗਰੀ ਕਰਨਗੇ। ਅੱਛਾ, ਇਹਦੀ ਮਿੱਟੀ 'ਚ ਕੀ ਫਰਕ ਹੈ? ਮਤਲਬ ਕਿ ਇਹਦੀ ਤਸੀਰ ਗਰਮ ਹੈ? ਹਾਂਜੀ ਹਾਂਜੀ। ਇਹਦੀ ਤਸੀਰ ਗਰਮ ਹੈ। ਇਹਦੀ ਰਾਵੀ ਦੀ। ਤੁਸੀਂ ਆਮ ਕਿਸੇ ਪੁਰਾਣੇ ਬੰਦੇ ਨੂੰ ਪੁੱਛੋ ਯਾਰ ਮੈਂ ਘੜਾ ਲੈਣਾ ਕਿਹੜੀ ਮਿੱਟੀ ਦਾ ਲਵਾਂ, ਹਰ ਬੰਦਾ ਤੁਹਾਨੂੰ ਜਿਹੜਾ ਪੁਰਾਣਾ ਹੋਏਗਾ ਨਾ ਉਹ ਕਹੇਗਾ ਚਨਾਹ ਦੀ ਮਿੱਟੀ ਦਾ ਲਿਆਈ। ਸਹੀ। ਉਹ ਠੰਡਾ ਹੋਏਗਾ। ਠੰਡਾ ਹੋਏਗਾ। ਤੁਸੀਂ ਇੱਕ ਤਜਰਬਾ ਕਰ ਲਵੋ, ਰਾਵੀ ਦੇ ਘੜੇ 'ਚ ਪਾਣੀ ਪਾ ਲਓ ਤੇ ਚਨਾਹ ਦੇ ਘੜੇ 'ਚ ਪਾ ਲਵੋ ਤੇ 2 ਘੰਟੇ ਬਾਅਦ ਦੋਵਾਂ ਨੂੰ ਕੱਢ ਕੇ ਵੇਖ ਲੈਣਾ ਕਿ ਕਿਹੜਾ ਜ਼ਿਆਦਾ ਠੰਡਾ ਹੈ। ਚਨਾਹ ਅੱਜ ਤੱਕ ਚਨਾਹ 'ਚ ਡੁੱਬਿਆ ਬੰਦਾ ਜਿਹੜਾ ਨਾ ਉਹ ਲੱਭ ਜਾਏਗਾ, ਰਾਵੀ 'ਚ ਡੁੱਬਿਆ ਨਹੀਂ ਲੱਭੇਗਾ। ਸਹੀ। ਨਸੀਬਾਂ ਨਾਲ ਹੀ ਲੱਭੇਗਾ। ਸਹੀ। ਮੇਰਾ ਯਾਰ ਇੱਕ ਸ਼ਿਕਾਰ ਖੇਡਦਾ, ਡੁੱਬਾ ਸੀ, ਨਹੀਂ ਸੀ ਲੱਭਾ। ਚਨਾਹ ਤੀਸਰੇ ਦਿਨ ਲਾਸਟ ਤੀਸਰੇ ਦਿਨ ਬੰਦਾ ਚੁੱਕ ਕੇ ਬਾਹਰ ਸੁੱਟ ਦੇਗਾ, ਮੈਂ ਡੈਡ ਬਾਡੀ ਨਹੀਂ ਰੱਖਣੀ। ਸਹੀ। ਤੇ ਚਨਾਹ ਦੀ ਮਿੱਟੀ ਹੁਣ ਤੇ ਮੈਂ ਖੁਰਾਕ ਬਣਾਉਂਦਾ ਲੋਕਾਂ ਨੂੰ ਵੇਖਣਾ, ਅੱਲਾ ਦੀ ਕਸਮ ਹੈ। ਤੁਸੀਂ ਕਦੀ ਮੇਰੇ ਮੁਲਾਜ਼ਮ ਨੇ ਮੇਰੇ ਕੋਲ ਇੰਨੀ ਦਫਾ ਕਦੀ ਵੇਖਿਆ ਜੇ ਕੁੰਡੀ ਧੋਂਦੇ ਆ? ਨਹੀਂ। ਮੈਂ ਅਜੇ ਤੱਕ ਆਪਣਾ ਕੰਮ ਆਪ ਕਰਨਾ ਕਿ ਮੈਨੂੰ ਸ਼ੌਕ ਹੈ। ਸਹੀ। ਮਾਸ਼ਾਅੱਲਾ, ਬੜੀ ਅੱਛੀ ਗੱਲ ਹੈ। परिंदा ना प्यार है, मोहब्बत है। सर जी हुण लोकां को 10-10 मुलाजम ने, ठीक है, वो बड़े सियाणे होणगे जी। ਜਦੋਂ ਤੁਸੀਂ ਜਾਨਵਰ ਨਾਲ ਪਿਆਰ ਕਰਦੇ ਹੋ ਨਾ ਤੇ ਉਹਨੂੰ ਵੀ ਪਤਾ ਹੁੰਦਾ ਮੇਰੇ ਮਾਲਕ ਦੀ ਇੱਜ਼ਤ ਦਾ ਸਵਾਲ ਹੈ। ਸਹੀ ਗੱਲ ਹੈ। ਮੇਰੇ ਮਾਲਕ ਦੀ ਇੱਜ਼ਤ ਦਾ ਸਵਾਲ ਹੈ, ਸਾਰਾ ਕੁਝ ਛੱਡ ਛੁੱਟ ਕੇ ਮੇਰੇ ਲਈ ਬੈਠਾ ਹੈ। ਤੇ ਜਿਸ ਮਾਲਕ ਨੇ ਏਸੀ 'ਚ ਬਹਿਣਾ ਤੇ ਬਾਹਰ ਬੰਦਿਆਂ ਨੇ ਕੰਮ ਕਰਨਾ, ਉਹਦਾ ਜਾਨਵਰ ਵੀ ਫਿਰ ਅੱਲਾ ਵੀ ਉੱਤੇ ਵੇਖਦਾ ਤੂੰ ਕਿੰਨੀ ਮਿਹਨਤ ਕਰਨ ਡਿਆ। ਸਹੀ ਗੱਲ ਹੈ। ਮਿਹਨਤ ਦਾ ਫਲ ਅੱਲਾਹ ਤਾਲਾ ਦਿੰਦਾ, ਕੋਈ ਸ਼ੱਕ ਨਹੀਂ। ਇਹਨਾਂ ਦਾ ਫਲ ਅੱਲਾਹ ਤਾਲਾ ਦਿੰਦਾ, ਇਨਸਾਨ ਦਾ ਕੀ ਕੰਮ ਹੈ। ਅੱਛਾ, ਤੁਸੀਂ ਇਹਦਾ ਦੱਸੋ, ਮਿੱਟੀ ਜਿਹੜੀ ਹੈ ਇਹਦੀ ਕੁੰਡੀ, ਜਿਹੜੀ ਚਨਾਹ ਦੀ ਮਿੱਟੀ ਦੀ ਕੁੰਡੀ, ਅਗਰ ਅਸੀਂ ਇਹਦੇ 'ਚ ਖੁਰਾਕ ਬਣਾਈਏ ਤੇ ਉਸ ਖੁਰਾਕ 'ਚ ਕੀ ਫਰਕ ਪਏਗਾ? ਖੁਰਾਕ ਇੱਕ ਤੇ ਠੰਡੀ ਹੈਗੀ, ਲੇਕਿਨ ਸਭ ਤੋਂ ਪਹਿਲੇ ਮੈਂ ਇੱਕ ਬੜੀ ਜ਼ਰੂਰੀ ਗੱਲ ਦੱਸਣ ਲੱਗਾ ਜੀ। ਮੇਰੇ ਦੋਸਤ ਗੱਲਾਂ ਸੁਣ ਕੇ ਹੱਸਣਗੇ ਵੀ ਜੀ। ਹਮੇਸ਼ਾ ਪੱਥਰ ਦੇ ਉੱਤੇ ਖੁਰਾਕ ਬਣਾਓ, ਲਾਲ ਪੱਥਰ ਕਿੱਲੇ ਦੇ ਵਿੱਚੋਂ ਮੰਗਾ ਕੇ। ਹੁਣ ਰੰਗ ਹੋਏ ਪੱਥੇ ਬਾਜ਼ਾਰ 'ਚ ਮਿਲਦੇ ਨੇ,
ਅੱਛਾ, ਸਭ ਤੋਂ ਵੱਡੀ ਕੀਮਤੀ ਗੱਲ ਉਹਦੇ ਚ ਇਹ ਵੇ ਕਿ ਜਦੋਂ ਤੁਸੀਂ ਲਾਲ ਪੱਥਰ ਦੇ ਉੱਤੇ ਤੁਸੀਂ ਖੁਰਾਕ ਬਣਾਉਂਦੇ ਹੋ ਨਾ ਜੀ, ਉਹ ਕਬੂਤਰ ਕੁਦਰਤੀ ਤੌਰ ਤੇ ਉਹ ਪੱਥਰ ਚ ਇਹ ਕੁਆਲਿਟੀ ਹੈ ਜਿਹੜਾ ਕੁਦਰਤੀ ਪੱਥਰ ਹੈ, ਜਿਹੜਾ ਰੰਗਿਆ ਬਣਿਆ ਪੱਥਰ ਹੈ ਉਹ ਨਹੀਂ। ਵੈਸੇ ਰੰਗਿਆ ਤੁਹਾਨੂੰ ਮਿਲ ਜਾਂਦਾ ਵੱਟਾ ਫੁੱਟ ਦਾ ਜਿਹੜਾ ਹੈ ਨਾ, ਵੱਟਾ ਵੀ ਤੇ ਨਾਲ ਪੱਥਰ ਵੀ ਜੀ, ਤਕਰੀਬਨ 1500 2500 ਚ ਤੁਸੀਂ ਕਿਸੇ ਕਾਰੀਗਰ ਨੂੰ ਜਾਂ ਕਿਸੇ ਬੰਦੇ ਨੂੰ ਜਿਹੜੇ ਉੱਥੇ ਵੇਚਦੇ ਨੇ ਕਿੱਲੇ ਦੇ ਨਾਲ ਬੈਠੇ ਨੇ ਲਾਹੌਰ, ਉਹਨਾਂ ਕਹੋਗੇ ਨਾ ਅਸੀਂ ਉੱਥੋਂ ਲਵਾ ਕੇ ਲਾਣਾ ਹੈ, ਤੇ ਇਹ ਵੀ ਵੇਖ ਲੈਣਾ ਹੁਣ ਨਵਾਂ ਪੱਥਰ ਗਵਰਨਮੈਂਟ ਨੇ ਲਾਇਆ ਉਹ ਫੈਂਸੀ ਹੈ, ਸਹੀ, ਉਹ ਨਾ ਹੋਵੇ ਪੁਰਾਣਾ ਪੱਥਰ ਲਵਾਓ ਉਹ ਲੈ ਗਿਆ ਉਹਦੇ ਨਾਲ ਕਬੂਤਰ ਦਾ ਦਿਮਾਗ ਬੜਾ ਠੰਡਾ ਰਹੇਗਾ। ਕੁਦਰਤੀ ਤੋਂ ਉਹ ਪੱਥਰ ਦੀ ਤਾਸੀਰ ਹੈ। ਜਿਹੜਾ ਬੱਚਾ ਜਿਹਦੀਆਂ ਰਾਲਾਂ ਵਗਦੀਆਂ ਹੋ, ਹਾਂਜੀ, ਮੈਂ ਇਹ ਤਜਰਬਾ ਆਪਣੀ ਬੇਟੀ ਦੇ ਮੈਨੂੰ ਇੱਕ ਬਜ਼ੁਰਗ ਨੇ ਦੱਸਿਆ ਸੀ, ਸਹੀ, ਔਰ ਉਦੋਂ ਮੈਂ ਪੱਥਰ ਲਿਆ, ਉਹਨੇ ਕਿਹਾ ਸੀ ਮੇਰੀ ਬੇਟੀ ਦੀਆਂ ਰਾਲਾਂ ਵਗਦੀਆਂ ਸੀ, ਉਹਦਾ ਦਿਮਾਗ ਸਲੋ ਚੱਲਦਾ ਸੀ, ਉਹਨੇ ਕਿਹਾ ਸੀ 11 ਬਦਾਮ ਕਾਠੇ ਛਿਲਕਾ ਲਾਉਣ ਤੋਂ ਬਗੈਰ ਤੇ 5 ਕਾਲੀਆਂ ਮਿਰਚਾਂ ਤੇ ਰਗੜਨਾ ਵੇ ਕਿ ਬਦਾਮ ਨੂੰ ਭੰਨ ਕੇ ਤੇ ਇੱਕ ਵਾਰੀ ਇਸ ਤਰ੍ਹਾਂ ਅਸੀਂ ਅੱਗੇ ਜਾਂਦੇ ਆ ਨਾ ਜ਼ੋਰ ਲਾ ਕੇ, ਹਾਂਜੀ, ਤੇ ਸਾਹ ਲੈਣਾ, ਸਹੀ, ਫਿਰ ਜ਼ੋਰ ਲਾ ਕੇ ਵਾਪਸ ਆਣਾ। ਸਹੀ, ਅਸੀਂ ਉਹਨੂੰ ਮਲੀਦਾ ਬਣਾ ਦਿੰਦੇ ਤਾਂ ਬਦਾਮ ਦੀ 70% ਤਾਕਤ ਤੇ ਮੁੱਕ ਜਾਂਦੀ ਹੈ, ਉਹਨੂੰ ਰਗੜ ਕੇ ਖਤਮ ਹੋ ਜਾਂਦੀ ਹੈ। ਮਤਲਬ ਕਿ ਉਹਨੂੰ ਠੰਡਾ ਕਰਕੇ ਪੀਸਣਾ। ਹਾਂਜੀ, ਉਹਦੀ ਤਾਕਤ ਨਾਲ ਕੀਮੀ ਲੁਕਮਾਨ ਦੀਆਂ ਕਿਤਾਬਾਂ ਪੜ੍ਹੋ ਤੇ ਦੱਸੇਗਾ ਕਿਹੜੀ ਦਵਾਈ ਕਿੰਨੇ ਟੈਂਪਰੇਚਰ ਤੇ ਰੱਖ ਕੇ ਰਗਣੀ ਤੇ ਕੀ ਤਰੀਕਾ ਰਗੜਨ ਦਾ। ਸਹੀ, ਉਹਦੇ ਬਕਾਇਦਾ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ ਕੀਮੀ ਲੁਕਮਾਨ ਦੀਆਂ ਕਿਤਾਬਾਂ ਸਹੀ ਕਿ ਤੁਸੀਂ ਇੱਕ ਰਗੜਾ ਕੇ ਲਾਇਆ ਸਾਲ ਹੋਰ ਫੇਰ ਲਿਆਓ, ਖੁਰਾਕ ਨੂੰ ਇੰਨਾ ਕੁ ਕਰੋ ਕਿ ਉਹ ਤੁਸੀਂ ਉਹਨੂੰ ਬਦਾਮ ਭੰਨ ਲਿਆ ਨਾ, ਵੱਟੇ ਦਾ ਵਜ਼ਨ ਹੀ ਇੰਨਾ ਹੁੰਦਾ, ਡੰਡੇ ਦਾ ਵਜ਼ਨ ਹੀ ਇੰਨਾ ਹੁੰਦਾ ਕਿ ਉਹ ਤੁਸੀਂ 2 ਵਾਰੀ ਇੰਜ ਕਰਦੇ ਤੇ ਉਹ ਫਾਰਗ ਹੋ ਜਾਂਦਾ। ਸਹੀ, ਤੇ ਜੇ ਕਬੂਤਰ ਨੇ ਉਹ ਤੁਹਾਡੀ ਖੁਰਾਕ ਹੀ ਹਜ਼ਮ ਨਹੀਂ ਕਰਨੀ 2-4 ਘੰਟੇ ਦੇ ਵਿੱਚ ਤੇ ਫਿਰ ਤੁਸੀਂ ਮਾਲਕ ਕਾ ਦੇ। ਸਹੀ, ਸਹੀ, ਅੱਛਾ, ਇਹਦਾ ਕਬੂਤਰ ਖੁਰਾਕ ਸਹੀ ਤਰੀਕੇ ਨਾਲ ਹਜ਼ਮ ਨਹੀਂ ਕਰੇਗਾ। ਸਰ ਜੀ ਉਹ ਤੇ ਪਾਣੀ ਐਸਾ ਦਿਓ, ਸਹੀ, ਪਾਣੀ ਐਸਾ ਦਿਓ ਕਿ 2 ਘੰਟੇ ਬਾਅਦ ਦੇਖੋ ਜੀ 11 ਬਦਾਮਾਂ 'ਚ ਕਿੰਨੀ ਤਾਕਤ ਹੋਏਗੀ ਭਾਈ ਅੰਦਰ। ਸਹੀ, ਮੇਰੇ ਬਜ਼ੁਰਗ ਹਰ 2 ਤੋਂ 3 ਘੰਟੇ ਬਾਅਦ ਬਦਾਮ ਨੂੰ 11 ਗੋਲੀਆਂ ਦਿੰਦੇ ਹੁੰਦੇ ਸੀ, 7 ਤੋਂ 11 ਗੋਲੀਆਂ। ਸਹੀ, ਤੇ ਸੌਂਦੇ ਨਹੀਂ ਸੀ ਹੁੰਦੇ, ਅੱਧੀ ਰਾਤ ਤਾਇਆ ਜੀ ਸੌਂਦੇ ਸੀ ਤੇ ਅੱਧੀ ਰਾਤ ਵਾਲਾ ਸਾਹਿਬ ਸੌਂਦੇ ਸੀ। ਸਹੀ, ਤੇ ਵਿੱਠ ਤੇ ਧਿਆਨ ਰੱਖਦੇ ਸੀ ਕਿ ਕਬੂਤਰ ਵਿੱਠ ਕੀਤੀ ਹੈ ਤੇ ਸਵੇਰੇ ਇਹਨੇ ਕੀ ਕਰਨਾ ਹੈ। ਸਹੀ, ਹੁਣ ਕੋਈ ਉਸਤਾਦ ਇੰਜ ਨਹੀਂ ਕਰਦਾ, ਬੜਾ ਕੋ ਹੋਏਗਾ ਨਾ ਸਿਆਣਾ ਤੇ ਸਵੇਰੇ ਉੱਠ ਕੇ ਵੇਖੇਗਾ ਪਾਣੀ ਸ਼ਾਣੀ ਦੇ ਕੇ ਕਿ ਇਹਨੇ ਵਿੱਠ ਕਿਸ ਤਰ੍ਹਾਂ ਦੀ ਕੀਤੀ। ਉਸ ਟਾਈਮ ਤੁਸੀਂ ਕੀ ਕਰ ਲਵੋਗੇ? ਅਗਰ ਰਾਤ ਨੂੰ ਤੁਸੀਂ ਵਿੱਠ ਦੇਖ ਲਈ ਹੈ ਨਾ ਤੇ ਤੁਸੀਂ ਕੁਝ ਕਰ ਸਕਦੇ ਹੋ, ਤੁਹਾਡੇ ਕੋਲ ਦਿਨ ਤੱਕ ਦਾ ਟਾਈਮ ਹੈਗਾ। ਸਹੀ, ਨਾਲੇ ਪੁਰਾਣੇ ਕਬੂਤਰ ਸੀ ਉਸਤਾਦ ਜੀ ਘਰ ਬੈੰਦੇ ਸੀ। ਸਹੀ, ਇਹ ਅੱਜ ਦੀ ਗਰਮੀ ਅੱਲਾ ਦੀ ਕਸਮ ਕੁਛ ਵੀ ਨਹੀਂ ਹੈਗੀ। ਮੈਂ ਉਦੋਂ 7 ਸਾਲ ਦਾ ਸਾਂ, 8 ਸਾਲ ਦਾ, ਜਦੋਂ ਮੈਂ ਪਹਿਲੀ ਵਾਰੀ ਰੋਜ਼ੇ ਰੱਖੇ ਸੀ ਜੂਨ ਜੁਲਾਈ ਦੇ ਜੇਠ ਦੇ। ਅੱਛਾ, ਤੇ ਇਹ ਹੁਣ ਆਏ ਸੀ ਜੋ ਰੋਜ਼ੇ ਆ 2 ਸਾਲ ਪਹਿਲੇ। ਹਾਂਜੀ, ਤੇ ਉਦੋਂ ਕਬੂਤਰ ਬੜਾ ਬਹਾਦਰ ਕਬੂਤਰ ਹੁੰਦਾ ਸੀ, 2 ਵਜੇ ਤੱਕ ਜਾਂਦਾ ਸੀ। ਸਹੀ, ਨਹੀਂ ਤੇ 9-10 ਵਜੇ ਹਾਰ ਜੇ ਹੁੰਦੀ ਸੀ। ਤੇ ਅੱਜ ਤੱਕ ਅੱਲਾ ਦਾ ਸ਼ੁਕਰ ਹੈ ਕਿ ਸਾਡੇ ਪੌਣੇ 2 ਵਜੇ ਤੱਕ, ਪੌਣੇ 1 ਵਜੇ ਤੱਕ ਜੇਠ ਚ ਕਬੂਤਰ ਬੈਠੇ ਨੇ। ਅੱਛਾ, ਮਾਸ਼ਾਅੱਲਾ। ਉਸ ਦੌਰ ਦੇ ਵਿੱਚ ਜੀ ਅਜ਼ੀਮ ਭਾਈ, ਜਿਹੜਾ ਅਕਸਰ ਤੁਸੀਂ ਦੋਸਤ ਸੁਣਿਆ ਹੋਣਾ ਕਿ ਕਹਿੰਦੇ ਯਾਰ ਮੇਰਾ ਕਬੂਤਰ ਸੜ ਗਿਆ, ਜਾਂ ਜਿਸ ਕਬੂਤਰ ਦੇ ਵਜੂਦ ਦਾ ਪਾਣੀ ਘਟ ਜਾਂਦਾ ਜਾਂ ਕਬੂਤਰ ਸੜ ਜਾਂਦਾ, ਉਹ ਸੜਿਆ ਕਬੂਤਰ ਕਿਸ ਤਰ੍ਹਾਂ ਦਾ ਹੁੰਦਾ, ਉਹਦੀ ਕੀ ਨਿਸ਼ਾਨੀਆਂ ਨੇ? ਸਰ ਜੀ ਇੱਕ ਤੇ ਉਹਦਾ ਮੂੰਹ ਖੋਲੋ ਤੇ ਤੁਹਾਨੂੰ ਪਤਾ ਲੱਗ ਜਾਏਗਾ। ਅੱਛਾ, ਉਹਦੇ ਜਾਂ ਤੇ ਉਹਦਾ ਕਲਰ ਜਿਹੜਾ ਨਾ, ਹਾਂਜੀ, ਕਾਲਾ ਨੁਮਾ ਹੋ ਜਾਏਗਾ। ਕਾਲਾ, ਹਾਂਜੀ, ਬਿਲਕੁਲ। ਉਹਦਾ ਨੱਕ ਵੀ ਜਿਹੜਾ ਨਾ ਉਹ ਬਿਲਕੁਲ ਖੁਸ਼ਕ ਹੋ ਜਾਏਗਾ। ਖੁਸ਼ਕ ਹੋ ਜਾਏਗਾ, ਸਹੀ, ਬਿਲਕੁਲ ਖੁਸ਼ਕ ਹੋ ਜਾਏਗਾ। ਕਈ ਦਫਾ ਹੁੰਦਾ ਹੈ ਕਿ ਕਬੂਤਰ ਪੀਲਾ ਵੀ ਕਰ ਜਾਂਦੇ ਨੇ। ਅੱਛਾ, ਅੱਛਾ, ਪੀਲਾ ਵੀ, ਛਾਤੀ ਜਿਹੜੀ ਹੈ ਨਾ ਉਹ ਤੁਹਾਨੂੰ ਉਹਦਾ ਕਲਰ ਚੇਂਜ ਹੋ ਜਾਏਗਾ। ਸਹੀ। ਹੁਣ ਅੱਜ ਕੱਲ ਕੋਈ ਬੰਦਾ ਵੀ ਕਬੂਤਰ ਨੂੰ ਕਹਿੰਦਾ ਕਿ ਮੈਂ ਪ੍ਰਵਾਦ ਲੈ ਲਵਾਂ, ਪਰ ਉਹ ਇਹ ਨਹੀਂ ਸੋਚਦਾ ਕਿ ਮੈਂ ਇਹਦੀ ਪਿਆਸ ਕਿਵੇਂ ਖਤਮ ਕਰਨੀ, ਪਿਆਸ ਤਲਖੀ ਕਿਸ ਤਰ੍ਹਾਂ ਖਤਮ ਕਰਨੀ। ਸਹੀ। ਤੁਸੀਂ ਆਮ ਮੈਂ ਰੂਟੀਨ ਦੀ ਗੱਲ ਕਰਨਾ, ਸਾਹਮਣੇ ਪਲਾਜ਼ੇ ਦੇ ਕਬੂਤਰ ਬਹਿ ਗਿਆ, ਤੁਸੀਂ ਇੱਥੇ ਪਾਣੀ ਦੀ ਧਾਰ ਮਾਰੋ ਉੱਡ ਕੇ ਆ ਜਾਏਗਾ ਇੱਥੇ। ਇਹ ਕਿਉਂ? ਇਹ ਮਾਲਕ ਦਾ ਕਸੂਰ ਹੁੰਦਾ। ਸਹੀ। ਹੁਣ ਅੱਜ ਤੁਸੀਂ ਦੇਖੋ ਕੋਈ ਬੰਦਾ ਮੱਖਣ ਦੇ ਨੇੜੇ ਨਹੀਂ ਜਾਂਦਾ। ਹਾਂਜੀ, ਬਿਲਕੁਲ। ਸਰਦਾਈ ਦੇ ਨੇੜੇ ਨਹੀਂ ਜਾਂਦਾ। ਸਹੀ। ਪੁਰਾਣੇ ਵਕਤ ਜਦੋਂ ਕਬੂਤਰਾਂ ਦੀ ਪਟਾਈ ਹੁੰਦੀ ਸੀ ਨਾ, ਹਾਂਜੀ, ਹੁਣ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ 40 ਦਿਨ ਚ 10 ਦੇ 10 ਪਰ ਕਿਵੇਂ ਇਕੱਠੇ ਬਰਾਬਰ ਹੋਣ। ਨਹੀਂ, ਬੜੀ ਅਹਿਮ ਗੱਲ ਹੈ ਕਿ ਸਾਰੇ ਪਰ ਇਕੱਠੇ ਨਿਕਲਣ, ਦਮ ਦੇ ਵੀ ਤੇ ਬਾਹਰ ਦੇ ਵੀ 20 ਦੇ 20 ਇਕੱਠੇ ਬਰਾਬਰ ਹੋਣ। ਕਿਸੇ ਨੂੰ ਨਹੀਂ ਪਤਾ। ਅਗਰ ਕਿਸੇ ਨੂੰ ਭਾਈ ਨੂੰ ਪਤਾ ਹੋਵੇ, ਜਿਵੇਂ ਮੇਰਾ ਫੋਨ ਨੰਬਰ ਦੇਣਗੇ ਮੈਨੂੰ ਦੱਸੋ, ਮੈਂ ਫੇਰ ਵੀ ਤੁਹਾਨੂੰ ਦੱਸਦੇ ਲੱਗਾ। ਪਹਿਲੇ ਦੁਮ ਤੇ ਬਾਹਰ ਦੇ 5-5 ਪਰ ਪੁੱਟੋ। ਸਹੀ। 10 ਤੋਂ 12 ਦਿਨ ਬਾਅਦ ਅੰਦਰ ਦੇ 5-5 ਪੁੱਟ ਦਿਓ। ਸਹੀ। 40 ਤੋਂ 42 ਦਿਨਾਂ ਦੇ ਵਿੱਚ ਇਕੱਠੇ ਬਰਾਬਰ ਪੂਰੇ ਪਰ ਲੈਸ ਹੋਣਗੇ ਤੁਹਾਡੇ। ਸਹੀ, ਬਰਾਬਰ ਲੈਸ ਹੋਏ। ਹੁਣ 10-10 ਪਰ ਤੇ ਦੁਮ ਪੁੱਟ ਦਿੰਦੇ ਨੇ ਯਾਰ, ਉਹਦੇ ਚ ਖੂਨ ਹੋਏਗਾ ਤੇ ਉਹ ਪਰ ਚੰਗੇ ਕੱਢੇਗਾ। ਸਹੀ।
ਸਾਨੂੰ ਜ਼ਖਮ ਲੱਗ ਜਾਏ ਜਾਂ ਸਾਡੀ ਉਂਗਲੀ ਕੱਟੀ ਜਾਏ ਹਾਂਜੀ। ਤੇ ਡਾਕਟਰ ਕਹਿੰਦਾ ਇਹਨੂੰ ਕੀਮਾ ਖਵਾਓ, ਇਹਨੂੰ ਫਲਾਣੀ ਸ਼ੈ ਖਵਾਓ, ਸਹੀ, ਜਾਂ ਇੱਥੋਂ ਮਾਸ ਲਾ ਕੇ ਕਿਤੇ ਹੋਰ ਲਾ ਦਿੰਦੇ, ਕਹਿਣਗੇ ਜੀ ਇਹਦਾ ਜ਼ਖਮ ਹੈਗਾ, ਇਹਨੂੰ ਕੀਮਾ ਖਾਓ, ਫਲਾਣੀ ਸ਼ੈ ਖਾਓ, ਫਲਾਣੀ ਸ਼ੈ ਖਾਓ। ਜਦੋਂ ਪੁਰਾਣੇ ਬਜ਼ੁਰਗ ਸੀ ਨਾ, ਖਾਸ ਕਰ ਮੈਂ ਆਪਣੇ ਖਾਨਦਾਨ ਦੀ ਗੱਲ ਕਰਨਾ, ਕਿ ਜਦੋਂ ਪਟਾਈ ਕਰਦੇ ਸੀ ਨਾ ਤੇ ਹਫ਼ਤੇ 'ਚ 3 ਦਿਨ ਸਰਦਾਈ ਘੋਟ ਕੇ ਪਿਆਉਂਦੇ ਸੀ ਤੇ ਆਪ ਹੀ ਪੀਂਦੇ ਸੀ। ਅੱਛਾ, ਉਹਦੇ ਨਾਲ ਕੀ ਫਰਕ ਪੈਂਦਾ ਸਰਦਾਈ ਦਾ? ਸਭ ਤਾਕਤ ਆਉਂਦੀ ਹੈ, ਗੱਲ ਤੇ ਤਾਕਤ ਦੀ ਹੈ ਨਾ, ਤਾਕਤ ਦੇਣੀ ਹੈ ਨਾ ਉਹਨੂੰ। ਹਾਂਜੀ, ਹਫ਼ਤੇ 'ਚ ਤੁਸੀਂ 3 ਦਿਨ ਬਣਾਓ, ਇੱਕ ਤੇ ਦੇਖੋ ਨਾ ਸਰਦਾਈ ਉਹਨੂੰ ਤਰ ਰੱਖੇਗੀ, ਉਹਦੇ 'ਚ ਖੁਸ਼ਕੀ ਨਹੀਂ ਆਉਂਦੇ। ਹਾਂ, ਅਗਰ ਮੌਸਮ ਠੰਡਾ ਤੇ ਤੁਸੀਂ ਉਹਦੇ 'ਚ ਠੰਡੀਆਂ ਚੀਜ਼ਾਂ ਘੱਟ ਪਾਓ। ਸਹੀ, ਜਿਵੇਂ ਸੌਂਫ ਹੈ। ਹਾਂਜੀ, ਕਈ ਦੋਸਤ ਨੀਲੋਫਰ ਦੇ ਫੁੱਲ ਪਾਉਂਦੇ ਨੇ, ਬਹੁਤ ਜ਼ਿਆਦਾ ਠੰਡੇ ਹੁੰਦੇ ਨੇ, ਉਹ ਨਾ ਪਾਓ। ਸਹੀ, ਮੌਸਮ ਦੇ ਹਿਸਾਬ ਸਿਰ ਤੁਸੀਂ ਦੇਖਿਆ, ਮੈਂ ਗਰਮੀ ਸਰਦੀ ਦਾ ਪਾਣੀ ਬਣਾਉਣਾ ਵਾ, ਬਿਲਕੁਲ ਐਸੀ ਤਰ੍ਹਾਂ ਹੀ। ਹਾਂਜੀ, ਲੇਕਿਨ ਮੈਂ ਮੌਸਮ ਦੇ ਹਿਸਾਬ ਸਿਰ ਉਹਦੀ ਮਿਕਦਾਰ ਰੱਖਣਾ ਵਾ। ਸਰਦੀਆਂ ਨੂੰ ਮੈਂ ਵੀ ਤੁਹਾਡੇ ਕੋਲ ਲੈ ਕੇ ਆਇਆ ਸੀ, ਬੜਾ ਅੱਛਾ ਪਾਣੀ ਸੀ ਉਹ, ਤੇ ਤੁਸੀਂ ਉਹ ਪਾਣੀ ਉਸ ਤਰੀਕੇ ਨਾਲ, ਲੇਕਿਨ ਤੁਸੀਂ ਇਹ ਵੇਖਣਾ ਕਿ ਜਦੋਂ ਤੁਹਾਡਾ ਕਬੂਤਰ ਪਰਦਾਰ ਹੋਏਗਾ ਨਾ, ਤੇ ਤੁਹਾਨੂੰ ਉਹਦਾ ਵਜੂਦ, ਉਹਦਾ ਜਿਸਮ, ਉਹਦਾ ਉੱਤੇ ਥੱਲੇ ਹੋਣਾ ਤੁਹਾਨੂੰ ਦੱਸ ਦੇਗਾ ਕਬੂਤਰ 'ਚ ਕੀ ਹੈ। ਸਹੀ ਸਰ ਜੀ, ਉਹ ਤੇ ਜਿੱਡੀ ਮਰਜ਼ੀ ਗਰਮੀ ਪੈਂਦੀ ਹੋਵੇ ਤੇ ਭਾਈ ਇੰਜ ਉੱਤੇ ਥੱਲੇ ਜਾ ਆਏਗਾ, ਤੁਸੀਂ ਬੰਦਾ ਕਹਿ ਕੇ ਪਤਾ ਨਹੀਂ ਕੀ ਦੇਤਾ ਇਹਨੇ। ਸਹੀ, ਬਿਲਕੁਲ ਸਹੀ ਯਾਰ, ਜਾਨ ਹੋਏਗੀ। ਜਿਸੋ ਸਾਡੇ 'ਚ ਤੁਰਨ ਦੀ ਸ਼ਕਤ ਹੀ ਨਹੀਂ ਹੈ ਤੇ ਅਸੀਂ ਭੱਜਣਾ ਕੀ ਹੈ। ਅੱਛਾ, ਪਹਿਲੇ ਵਕਤਾਂ 'ਚ ਕਬੂਤਰ ਨੂੰ ਮੱਖਣ ਬੜਾ ਦਿੰਦੇ ਹੁੰਦੇ ਸੀ। ਮੱਖਣ ਦੇਣ ਦੀ ਵਜ੍ਹਾ ਕੀ ਹੁੰਦੀ ਸੀ? ਉਹਦੇ ਫਾਇਦੇ ਕੀ ਹੁੰਦੇ ਸੀ ਮੱਖਣ ਦੇ? ਸਰ ਜੀ, ਜੇ ਕਬੂਤਰ ਸਭ ਤੋਂ ਪਹਿਲੇ ਹੈ ਕਿ ਕੋਈ ਦੋਸਤ ਸਮਝ ਗਏ ਨਾ, ਜਾ ਕੇ ਬਲੂ ਬੈਂਡ ਦਾ ਲਾਇਆ ਜਾਂ ਨੂਰਪੁਰ ਦਾ ਲਾਇਆ, ਹਾਂਜੀ, ਉਹਦੇ 'ਚ ਨਮਕ ਹੁੰਦਾ, ਕਬੂਤਰ ਬਹੁਤਾ ਤਲਫ ਹੋ ਜਾਏਗਾ। ਤਲਫ ਹੋ ਜਾਏਗਾ, ਨਮਕ ਨਾਲ ਤਲਫ ਹੋ ਜਾਂਦਾ, ਖੁਰ ਵੀ ਜਾਂਦਾ। ਚਾਟੀ ਦਾ ਨਮਕ, ਚਾਟੀ ਦਾ ਮੱਖਣ ਜੀ, ਗ੍ਰਾਈਂਡਰ ਦਾ ਨਹੀਂ। ਹੁਣ ਤੇ ਗ੍ਰਾਈਂਡਰ 'ਚ ਬਣਾਉਂਦੇ ਨੇ, ਸਾਡੇ ਘਰ ਦੇ ਵੀ ਬਣਾਉਂਦੇ, ਲੇਕਿਨ ਮੈਂ ਜਦੋਂ ਕਬੂਤਰਾਂ ਨੂੰ ਦੇਣਾ ਹੋਵੇ ਨਾ, ਹਾਂਜੀ, ਤੇ ਮੈਂ ਚਾਟੀ ਦਾ ਮਧਾਣੀ ਦਾ ਮੱਖਣ। ਸਹੀ, ਉਹਨੂੰ ਠੰਡਾ ਨਹੀਂ ਕਰਨਾ, ਉਹਨੂੰ ਸਿਰਫ ਠੰਡਾ ਇੰਨਾ ਕੁ ਕਰਨਾ ਹੈ ਕਿ ਤੁਹਾਡੀ ਗੋਲੀ ਬਣ ਜਾਏ, ਨਰਮ ਹੁੰਦਾ। ਸਹੀ, ਹਾਂਜੀ, ਬਹੁਤਾ ਠੰਡਾ ਕਰੋਗੇ ਕਬੂਤਰ ਬੁਰਾ ਬਣਾਏਗਾ। ਸਹੀ, ਪ੍ਰਵਾਸ ਤੋਂ ਪਹਿਲੇ ਉਹ 2 ਗੋਲੀਆਂ, ਪਹਿਲੇ ਦਿਨ 2 ਗੋਲੀਆਂ ਦਵੋ। ਦੇਖੋ ਕਬੂਤਰ ਕੀ ਕਰਦਾ, ਪ੍ਰਵਾਸ 'ਚ ਵੱਧਦਾ ਪਿਆ ਕਿ ਘਟਦਾ ਪਿਆ। ਸਹੀ, ਬੁਰਾ ਤੇ ਨਹੀਂ ਬਣਾ ਰਿਹਾ। ਅਸੀਂ ਕਹਿੰਦੇ ਜਿਹੜੀ ਖੁਰਾਕ ਦਿੱਤੀ ਹੈ, ਹੁਣ ਕਬੂਤਰ ਨੂੰ ਜਿਸ ਬੰਦੇ ਨੇ ਸਮਝ ਲਿਆ ਨਾ, ਉਹ ਕਬੂਤਰਬਾਜ਼ ਬਣ ਗਿਆ। ਸਹੀ, ਕਬੂਤਰ ਦੇ ਵਜੂਦ ਨੂੰ ਸਮਝਣਾ ਜਿਹੜਾ ਹੈ ਨਾ, ਉਹ ਸਾਰਾ ਕੰਮ ਹੈ। ਸਹੀ, ਪਹਿਲੇ ਵਕਤ 'ਚ ਜਦੋਂ ਸਰਦਾਈ ਬਣਦੀ ਸੀ, ਉਦੋਂ ਦਰਿਸ਼ਕ ਵੀ ਇਸਤੇਮਾਲ ਕੀਤਾ ਜਾਂਦਾ ਸੀ। ਅੱਛਾ, ਉਹਦੇ ਵੀ ਫਾਇਦੇ। ਕੋਈ ਖੁਰਾਕ ਬਣਾਣੀ, ਕਿਸੇ ਕਿਸਮ ਦੇ ਬਦਾਮਾਂ ਦੀ ਖੁਰਾਕ ਬਣਾਣੀ, ਉਹਦੇ 'ਚ ਦਰਿਸ਼ਕ ਇਸਤੇਮਾਲ ਕੀਤਾ ਜਾਂਦਾ ਸੀ। ਮੈਂ ਅੱਜ ਬਹੁਤ ਘੱਟ ਦੋਸਤ ਨੇ ਕੁਛ ਆਦ ਨਜ਼ਰ ਹੋਣਗੇ ਜਿਹੜੇ ਇਹਨੂੰ ਇਸਤੇਮਾਲ ਕਰ। ਹਾਂ, ਇੱਕ ਚੀਜ਼ ਇਹਦੇ 'ਚ ਜ਼ਰੂਰੀ ਹੈ, ਤੁਸੀਂ ਦਰਿਸ਼ਕ ਦੀ ਡੰਡੀ ਲਾ ਕੇ ਖੁਰਾਕ 'ਚ ਪਾਣਾ। ਡੰਡੀ ਦੇ ਸਮੇਤ ਪਾਓਗੇ ਤੇ ਉਹਦਾ ਤਸੀਰ ਹੋਰ ਹੋਏਗੀ। ਅੱਛਾ, ਡੰਡੀ ਦੇ ਨਾਲ ਤੁਸੀਂ ਉਹਨੂੰ ਰਗੜੋਗੇ ਤੇ ਉਹਦੀ ਤਸੀਰ ਹੋਰ ਹੋਏਗੀ। ਸਹੀ, ਬਗੈਰ ਡੰਡੀ ਤੇ ਰਗੜੋਗੇ ਤੇ ਉਹਦੀ ਹੋਰ ਹੋਏਗੀ, ਤਸੀਰ ਹੋਰ ਹੋਏਗੀ। ਹਾਂਜੀ, ਔਰ ਉਹਦਾ ਤਰੀਕਾ ਘਰ ਹੈ ਵੇ ਕਿ ਪਹਿਲੇ ਤੁਸੀਂ ਬਦਾਮ ਰਗੜੋ ਜੀ, ਫਿਰ ਦਰਿਸ਼ਕ ਨੂੰ ਰਗੜੋ। ਜਦੋਂ ਦੋਵੇਂ ਰਲ ਜਾਣ, ਫਿਰ ਉਹਨਾਂ ਨੂੰ 2-3 ਰਗੜੇ ਦੇ ਕੇ ਤੇ ਆਪਸ 'ਚ ਮਿਕਸ ਹੋ ਜਾਣ ਤੇ ਗੋਲੀਆਂ ਬਣਾ ਕੇ ਕਬੂਤਰ ਨੂੰ ਦੇ ਦਿਓ। ਵਿੱਚ 1 ਜਾਂ 2 ਕਾਲੀਆਂ ਮਿਰਚਾਂ ਸਿਰਫ ਪਾਣੀਆਂ ਕਿ ਬਾਦੀ ਲਈ। ਬਾਦੀ ਲਈ, ਸਹੀ, ਬਾਦੀ ਨਾ ਹੋਵੇ। ਹਾਂਜੀ, ਬਸ। ਸਹੀ, ਤੇ ਹੋਰ ਵੱਡੀ ਇਲਾਚੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ, ਛੋਟੀ ਇਲਾਚੀ? ਹਾਂ, ਕਰ ਸਕਦੇ ਹੋ, ਲੇਕਿਨ ਉਹਦੀ ਮਿਕਦਾਰ ਤੁਸੀਂ ਉਸ ਹਿਸਾਬ ਸਿਰ ਕਰਨੀ ਹੈ। ਅੱਛਾ, ਤੁਸੀਂ ਆਪਣੇ ਕਬੂਤਰਾਂ ਦੀ ਖੁਰਾਕ ਦੇਖ, ਜੇ ਤਾਂ ਤੁਸੀਂ 10-15, ਹੁਣ 7 ਤੋਂ 11 ਕਬੂਤਰਾਂ ਦੀ ਪੁਰਾਣੇ ਵਕਤ 'ਚ ਹੁੰਦੀ ਸੀ ਮਿਕਦਾਰ ਜੀ, ਕਿ ਇੰਨੇ ਬਦਾਮ ਦੇਣੇ ਨੇ ਕਮ ਸੇ ਕਮ 4 ਘੰਟੇ 'ਚ, ਉਸ ਤੋਂ ਬਾਅਦ ਫਿਰ ਦੁਬਾਰਾ ਜੇ ਦੇਣੀ ਹੈ ਤੇ ਫਿਰ ਇੰਨੇ ਦੇਣੇ। ਸਹੀ, ਬਿਲਕੁਲ ਸਹੀ। ਤੇ ਉਸ ਹਿਸਾਬ ਸੇ ਤੁਸੀਂ 50 ਬਦਾਮਾਂ ਦੇ ਵਿੱਚ ਅੱਧੀ ਇਲਾਚੀ ਜਿਹੜੀ ਗਰਮ ਮਸਾਲੀ, ਅਗਰ ਵੱਡੀ ਹੋਵੇ, ਅਗਰ ਛੋਟੀ ਹੋਵੇ ਨਾ, ਸੈਚ ਵੀ ਆਉਂਦੀਆਂ ਨੇ। ਹੁਣ ਤੇ ਆਉਂਦੀਆਂ ਮਰੀਆਂ ਪਈਆਂ ਨੇ, ਮੈਂ ਪਾਣੀ ਬਣਾਇਆ ਨਾ, ਹੁਣ ਤੇ ਆਉਂਦੀ, ਤੇ ਉਹ ਤੁਸੀਂ 1 ਪਾ ਸਕਦੇ ਹੋ। ਸਹੀ, ਕਾਲੀ ਮਿਰਚ 1 ਪਾ ਸਕਦੇ ਹੋ, ਇਹ ਬੜੀ ਅੱਛੀ ਚੀਜ਼ ਹੈ। 1 ਤੋਂ 2 ਦਾਣੇ ਜਾਂ 3 ਦਾਣੇ, ਅਗਰ 50 ਬਦਾਮ ਨੇ ਤੇ 3 ਦਾਣੇ ਵੀ ਕਰ ਸਕਦੇ ਹੋ ਇਹਦੇ ਅਨਾਰਦਾਣੇ ਦੇ। ਹਾਂਜੀ, ਜਾਂ ਉਹਦੀ ਕੋਸ਼ਿਸ਼ ਇਹ ਕਰੋ ਕਿ ਉਹਦੇ ਗੁੱਦੇ ਨਾਲ ਤੁਸੀਂ ਗੁੱਦਾ ਲਾ ਲਵੋ 5-7 ਅਨਾਰਦਾਣਿਆਂ ਦਾ, ਤੇ ਵਿੱਚ ਬੀ ਨਾ ਜਾਵੇ। ਜਿਹੜਾ ਤਰੀਕਾ ਸਹੀ ਤਸੂਲੀ ਤਰੀਕੇ, ਹੁਣ ਤੇ ਨਾਲ ਹੀ ਰਗੜ ਦਿੰਦੇ ਨੇ ਨਾ। ਹਾਂਜੀ, ਨਹੀਂ, ਉੱਤੋਂ ਗੁੱਦਾ ਲਾ ਲਵੋ, ਉਹਨੂੰ ਗਿੱਲਾ ਕਰਕੇ ਉਹ ਵਿੱਚ ਪਾ ਦਿਓ, 2-3 ਪੱਤੇ ਪੁਦੀਨੇ ਦੇ ਪਾ ਦਿਓ। ਸਹੀ, ਤੇ 2 ਘੰਟੇ ਬਾਅਦ ਕਬੂਤਰ ਤੁਹਾਨੂੰ ਕਹੇਗਾ ਮੈਨੂੰ ਦਾਣਾ ਵੀ ਦੇ ਤੇ ਖੁਰਾਕ ਵੀ ਹੋਰ ਦੇ। ਖੁਰਾਕ ਦੀ ਕੋਲਡ ਲੋਟਾ ਵੀ ਇਸਤੇਮਾਲ ਕੀਤਾ ਜਾਂਦਾ ਸੀਗਾ। ਬਿਲਕੁਲ, ਬਹੁਤ ਚੀਜ਼ਾਂ। ਹੁਣ ਜਿਹੜੀ ਚੀਜ਼ ਮੈਂ ਅੱਕ ਦੇ ਫੁੱਲ ਬੇਤਹਾਸ਼ਾ ਇਸਤੇਮਾਲ ਕੀਤੇ ਜਾਂਦੇ ਸੀ। ਅੱਛਾ, ਅੱਕ ਦੇ ਫੁੱਲ ਐਸਾ ਰੀਲੇ ਹੁੰਦੇ? ਇਹਦਾ ਪਾਣੀ ਬਣਾਇਆ ਜਾਂਦਾ ਸੀ। ਉਹ ਕਿਸ ਤਰ੍ਹਾਂ? ਕੁਝ ਚੀਜ਼ਾਂ ਵਿੱਚ ਪੈਂਦੀਆਂ ਸੀ, ਮੈਨੂੰ ਸਾਰੀਆਂ ਚੀਜ਼ਾਂ ਜ਼ਬਾਨੀ, ਮੇਰੀ ਡਾਇਰੀ ਦਰਅਸਲ ਗਵਾਚ ਗਈ। ਅੱਛਾ, ਜਿਹੜੀ ਇਹਦੇ 'ਚ 2-3 ਚੀਜ਼ਾਂ ਪੈਂਦੀਆਂ ਸੀ।
ਜਿਹੜਾ ਕਿ ਇਹਨੂੰ ਰਾਤ ਨੂੰ ਪਹਿਲੇ ਨਾ ਬੋਇਲ ਕਰੀਦਾ ਸੀ ਜੀ। ਕੋਈ 15-20 ਮਿੰਟ ਅੱਧਾ ਘੰਟਾ ਉਹ ਚੀਜ਼ਾਂ ਪਾ ਕੇ ਫਿਰ ਫੁੱਲਾਂ ਨੂੰ ਵਿੱਚੋਂ ਕੱਢ ਕੇ ਸੁਕਾਈਦਾ ਸੀ ਜੀ। ਸੁਕਾ ਕੇ ਤੇ ਪਾਣੀ ਵੱਖਰਾ ਇਸਤੇਮਾਲ ਕਰੀਦਾ ਜੀ। ਸੀ ਤੇ ਅੱਕ ਦੇ ਫੁੱਲ ਜਿਹੜੇ ਨੇ ਉਹ ਖੁਰਾਕ ਦੇ ਵਿੱਚ ਇਸਤੇਮਾਲ ਕਰੀਦੇ ਸੀ ਘੋਟ ਕੇ। ਸਹੀ। ਮੈਂ ਇੱਕ ਐਸਾ ਕੁਸ਼ਤਾ ਦੱਸਾਂਗਾ, ਇਹ ਹੁਣ ਤੇ ਲੋਕਾਂ ਨੂੰ ਦੱਸਾਂਗਾ ਤੇ ਉਹਨਾਂ ਨੇ ਕਹਿਣਾ ਕਿ ਯਾਰ ਇਹ ਬਣਾਵਾਂਗੇ ਕਿਵੇਂ। ਪੁਰਾਣੇ ਵਕਤਾਂ 'ਚ ਜ਼ਮੀਨਾਂ ਹੁੰਦੀਆਂ ਸੀ ਜ਼ਿਆਦਾ। ਸਾਡੇ ਖਾਨਦਾਨ ਦਾ ਜਿਹੜਾ ਕੁਸ਼ਤਾ ਅੱਬੂ ਹਰੀ ਖੁਦ ਵੀ ਇਸਤੇਮਾਲ ਕਰਦਾ ਸੀ, ਜਦੋਂ ਟੈਂਪਰੇਚਰ ਜਾਂਦਾ ਸੀ ਨਾ 50 ਦੇ ਕੋਲ, ਹਾਂਜੀ 45 ਟੱਪਦਾ ਸੀ ਤੇ ਉਦੋਂ ਫਿਰ ਬਣਾਉਂਦੇ ਸੀ ਤੇ ਘਰ ਘੀਏ ਦੀਆਂ ਵੱਲਾਂ ਲਾਉਂਦੇ ਸੀ। ਅੱਛਾ। ਘੀਏ ਦੀਆਂ ਵੱਲਾਂ ਲਾ ਦੇਣੀਆਂ ਕਿ ਵੀ ਹੁਣ ਘੀਆ ਤੁਸੀਂ ਅਮੂਮਨ ਤੁਹਾਨੂੰ ਪਤਾ ਦਸੰਬਰ ਦੇ ਵਿੱਚ ਕਾਸ਼ਤ ਹੋ ਜਾਂਦਾ ਤੇ ਇਸ ਮੌਸਮ ਜਾਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਤਾਜ਼ਾ ਘੀਆ ਤੋਂ ਕੱਢ ਕੇ ਉਹਦਾ ਗੁੱਦਾ, ਛਿਲਕਾ ਨਹੀਂ, ਜਿਹੜਾ ਬੀਆਂ ਦੇ ਨਾਲ ਗੁੱਦਾ ਨਹੀਂ ਹੁੰਦਾ, ਉਹ ਗੁੱਦਾ ਤੇ ਚਾਂਦੀ ਪਾ ਕੇ ਕੁਸ਼ਤਾ ਵੱਜਦਾ ਹੁੰਦਾ ਸੀ। ਅੱਛਾ। ਜਿਹੜਾ ਕਬੂਤਰ ਹਜ਼ਮ ਕਰ ਲੈਂਦਾ ਸੀ ਨਾ, ਉਹ ਜੇਠ 'ਚ 3 ਵਜੇ ਆ ਕੇ ਤਾਲਾ ਮਾਰਦਾ ਸੀ ਤੇ ਨਾਲੇ ਐਂ ਕਰਕੇ ਕਹਿੰਦਾ ਸੀ ਮੈਂ ਧੁੱਪ ਸੇਕਣੀ ਹੈ। ਅੱਛਾ, ਇੰਨਾ ਠੰਡਾ ਹੁੰਦਾ ਸੀ। ਤਾਕਤ ਤੇ ਠੰਡਾ ਬਹੁਤ। ਸਹੀ। ਤੁਸੀਂ ਯਾਰ ਖਾਦੀ ਗੁੱਦੇ ਦਾ, ਘੀਏ ਦੇ ਗੁੱਦੇ ਦਾ ਹਲਵਾ ਬਣਾ ਕੇ ਖਾਓ, ਤੁਹਾਨੂੰ ਆਪ ਹੀ ਦੱਸ ਦੇਗਾ। ਇਹ ਮਤਲਬ ਕਿ ਇਹਦੀ ਤਸੀਰ ਠੰਡੀ ਔਰ ਤਾਕਤਵਰ ਹੈ। ਬਹੁਤ ਤਾਕਤਵਰ ਹੈ। ਸਹੀ ਸਹੀ। ਇਹਦੇ ਬੀਜ ਜਿਹੜੇ ਹੁੰਦੇ ਨੇ ਸਭ ਤੋਂ ਜ਼ਰੂਰੀ, ਕਿ ਗੁੱਦੇ ਤੋਂ ਇਲਾਵਾ ਇਹਦੇ ਬੀਜ ਜ਼ਰੂਰੀ ਨੇ। ਉਹ ਹੁੰਦੇ ਨੇ ਕੱਚੇ ਕੱਚੇ। ਸਹੀ। ਕੱਚੇ ਬੀਜ ਹੁੰਦੇ ਨੇ, ਪੱਕੇ ਨਹੀਂ। ਕੱਚੇ ਗੁੱਦੇ ਦੇ ਨਾਲ ਹੁੰਦੇ ਨੇ, ਜਿਵੇਂ ਅਸੀਂ ਆਂਡੇ 'ਚ ਪਕਾ ਲੈਂਦੇ ਹਾਂ। ਹਾਂਜੀ। ਉਹਨਾਂ ਬੀਆਂ ਨੂੰ ਸਿਰਫ ਰਗੜਨਾ ਪੈਂਦਾ ਹੈ। ਉਹ ਵੀ ਬੜੇ ਤਰੀਕੇ ਨਾਲ, ਜਿਹੜਾ ਮੈਂ ਰਗੜਨ ਦਾ ਤਰੀਕਾ ਦੱਸਿਆ। ਜੀ। ਉਹਨਾਂ ਨੂੰ ਰਗੜ ਕੇ ਫਿਰ ਉਸ ਤੋਂ ਬਾਅਦ ਚਾਂਦੀ ਜਿਹੜੀ ਹੈ ਨਾ, ਚਾਂਦੀ ਲੈ ਕੇ ਤੇ ਸੁਨਿਆਰੇ ਕੋਲ ਜਾਣਾ ਪੈਂਦਾ ਕਿ ਜਨਾਬ ਇਹਦੀ ਮੈਲ ਕੱਢ ਦਿਓ। ਸਹੀ। ਉਹ ਮੈਲ ਕੱਢ ਦੇਵੇ। ਮੈਲ ਕੱਢ ਕੇ ਤੇ ਉਸ ਚਾਂਦੀ ਨੂੰ ਫਿਰ ਰੇਤੀ ਦੇ ਨਾਲ ਆਪ ਰਗੜੋ, ਪੂਰਾ ਬਣਾਓ। ਸਹੀ। ਮਿਸਾਲ ਦੇ ਤੌਰ ਤੇ ਤੁਹਾਡੇ ਕੋਲ 50 ਗ੍ਰਾਮ ਜਾਂ 100 ਗ੍ਰਾਮ ਗੁੱਦਾ ਹੈ ਨਾ, ਹਾਂਜੀ, ਉਹਦੇ 'ਚ 1 ਤੋਲਾ ਚਾਂਦੀ ਪੈਣੀ। ਸਹੀ। 1 ਤੋਲਾ ਨਾਲ ਅੱਧਾ ਤੋਲਾ ਦਰਿਸ਼ਕ ਪੈਗਾ। ਸਹੀ। ਤੇ ਇਹ ਤੁਸੀਂ ਰਗੜ ਕੇ 2 ਤੋਂ 3 ਕਾਲੀਆਂ ਮਿਰਚਾਂ ਇਹ ਵਿੱਚ ਰਗੜ ਲਵੋ ਜੀ। ਤੇ ਇਹ ਰਗੜ ਕੇ ਤੁਸੀਂ ਗੋਲੀਆਂ ਬਣਾ ਕੇ ਤੇ ਉੱਡਣ ਤੋਂ 2 ਘੰਟੇ ਪਹਿਲੇ ਕਬੂਤਰ ਨੇ ਦੇਣੀ ਹੈ ਖਾ। ਸਹੀ। ਲੇਕਿਨ ਇਹ ਇਸਤੇਮਾਲ ਤੁਸੀਂ ਪਰਵਾਜ਼ਾਂ 'ਚ ਕਰਨਾ ਹੈ। ਬੜੀ ਤਾਕਤ ਵਾਲੀ ਚੀਜ਼ ਹੈ। ਕਬੂਤਰ ਗਲਾਚ ਦਿੰਦਾ, ਬੁਰਾ ਵੀ ਮਨਾਉਂਦਾ ਜੇ। ਤੁਸੀਂ ਕਹੋ ਕਬੂਤਰ 12 ਵਜੇ ਬਹਿਣ ਡਿਆ ਸੀ ਤੇ 8 ਵਜੇ ਬਹਿ ਗਿਆ, ਕਬੂਤਰ ਨੂੰ ਇਸ ਤਰ੍ਹਾਂ ਹਰ ਕਬੂਤਰ ਨੂੰ ਖਾਲੀ ਸਾਦੇ ਬਦਾਮ ਤੇ ਹਰ ਕੋਈ ਰਗੜ ਜਾਂਦਾ। ਲੇਕਿਨ ਜਦੋਂ ਤੁਸੀਂ ਵਿੱਚ ਚੀਜ਼ਾਂ ਪਾਉਂਦੇ ਹੋ ਨਾ, ਹੁਣ ਮੱਖਣ ਦਾ ਤਰੀਕਾ ਜਿਹੜਾ ਦੱਸਿਆ ਜੀ, ਹੁਣ ਮੱਖਣ ਜਿਹੜਾ ਹੈ ਇਹ ਐਸੀ ਚੀਜ਼ ਹੈ ਕਿ ਇਹਨੂੰ ਵੀ ਕਬੂਤਰ ਨੂੰ ਲਾਣਾ ਪੈਂਦਾ। ਮੱਖਣ ਦਿੱਤਾ ਕਬੂਤਰ ਉੱਡ ਕੇ ਆਏਗਾ ਨਾ ਤੇ ਉਹ ਪਾਣੀ ਵੱਲੇ ਨਹੀਂ ਭੱਜੇਗਾ। ਸਹੀ। ਹਾਂ, ਤੁਹਾਡੇ ਕੋਲ ਉਹਦੇ 'ਚ ਨਮਕ ਨਾ ਪਿਆ ਹੋਵੇ ਜਾਂ ਤੁਹਾਡੇ ਮੱਖਣ ਬਣਾਉਣ ਦਾ ਤਰੀਕਾ ਗਲਤ ਨਾ ਹੋਵੇ। ਮੈਂ ਹੁਣ ਮੱਖਣ ਜਾਂ ਇਹ ਚੀਜ਼ਾਂ ਨਹੀਂ ਦੇਖਦਾ, ਨਾ ਦਹੀਂ ਦੀ ਮਲਾਈ ਕੋਈ ਵੀ ਨਹੀਂ ਇਸਤੇਮਾਲ ਨਹੀਂ ਦੇਖਦਾ ਕੋਈ। ਸਰ ਜੀ, ਹੁਣ ਤਾਂ ਸਭ ਤੋਂ ਪਹਿਲੇ ਅੱਜ ਤੋਂ ਇਤਫਾਕ ਨਾਲ ਗੱਲ, ਤੁਸੀਂ ਦਹੀਂ ਦੀ ਗੱਲ ਕੀਤੀ ਤੇ ਮੈਨੂੰ ਯਾਦ ਆ ਗਿਆ। ਜੀ ਜੀ। ਪਹਿਲੇ ਵੀ ਤੇ ਤਾਂ ਲੱਗਦੇ ਸੀ। ਹਾਂਜੀ। ਉਸ ਵੇਲੇ ਜਿਹੜਾ ਸਭ ਤੋਂ ਵਧੀਆ ਨੁਸਖਾ ਸੀ ਨਾ, ਸਭ ਤੋਂ ਛੇਤੀ ਕਰਨ ਵਾਲਾ, ਤਾਂ ਦੇ ਦੌਰਾਨ ਦਹੀਂ ਨੂੰ ਪਾਣੀ 'ਚ ਲੈ ਕੇ ਮਲਮਲ ਦੇ ਕੱਪੜੇ 'ਚ ਪਾ ਕੇ ਟੰਗ ਦਿੰਦੇ ਸੀ। ਬਿਲਕੁਲ ਐਸੀ ਤਰ੍ਹਾਂ ਹੀ। ਪਾਣੀ ਕੱਢ ਲੈਣਾ, ਪਾਣੀ ਵੱਖਰਾ ਦੇਣਾ ਤੇ ਜਿਹੜਾ ਉਹਦਾ ਖਮੀਰ ਬਚਣਾ ਨਾ, ਉਹਦੀਆਂ ਗੋਲੀਆਂ ਬਣਾ ਲੈਣੀਆਂ। ਸਹੀ। ਇੱਕ ਟਾਈਮ ਪਾਣੀ ਦੇਣਾ ਤੇ ਇੱਕ ਟਾਈਮ ਗੋਲੀ ਦੇਣੀ। ਅੱਛਾ। ਤੇ ਤਾਂ ਇੰਜ ਸਾਫ਼ ਹੁੰਦਾ ਸੀ ਤੇ ਇੱਕ ਤਾਂ ਕਬੂਤਰ ਨੂੰ ਤਾਕਤ ਵੀ ਮਿਲਦੀ ਸੀ ਇਸ ਖੁਰਾਕ ਦੇ ਨਾਲ। ਸਹੀ। ਅੱਜ ਤੁਸੀਂ ਜਦੋਂ ਤੋਂ ਮੈਂ ਕਿਸੇ ਨੂੰ ਕੋਈ ਐਸੀ ਗੱਲ ਨਹੀਂ ਕਹਿੰਦਾ। ਹੁਣ ਮੈਂ ਇੰਨੀਆਂ, ਤੁਹਾਨੂੰ ਪਤਾ, ਤੁਸੀਂ ਮੈਨੂੰ ਕੁਝ ਗੱਲਾਂ ਪੁੱਛਦੇ ਹੋ ਤੇ ਮੈਨੂੰ ਕੋਈ ਥੋੜੀਆਂ ਬਹੁਤੀਆਂ ਯਾਦ ਨਹੀਂ, ਕਿਉਂਕਿ ਮੈਂ 20 ਸਾਲ ਤੱਕ ਕਬੂਤਰਬਾਜ਼ੀ ਤੋਂ ਆਪਣਾ ਘਰ ਸ਼ੌਕ ਰੱਖਿਆ, ਮੈਂ ਕੱਟ ਆਫ ਹੋਇਆ। ਕਿਨਾਰਾ ਕਿਸੇ ਕੀਤੀ ਤੁਸੀਂ ਤੋਂ? ਕਿਉਂਕਿ ਭਾਈ ਜੀ ਇਤਫਾਕ ਨਾਲ ਤੁਸੀਂ ਗੱਲ ਹੋ ਪਈ ਹੈ ਕਿ ਇਹ ਹੁਣ ਕਬੂਤਰਬਾਜ਼ੀ ਨਹੀਂ, ਹੁਣ ਤੇ ਕਾਰੋਬਾਰ ਹੈ। ਸਹੀ। ਪੁਰਾਣੇ ਉਸਤਾਦ ਅੱਲਾ ਦੀ ਕਸਮ, ਕੋਈ ਸ਼ਾਗਿਰਦ ਘਰ ਆਂਦਾ ਸੀ ਨਾ ਤੇ ਉਹਨੂੰ ਪਤਾ ਲੱਗਦਾ ਸੀ ਨਾ ਕਿ ਇਹਦੇ ਘਰ ਰੋਟੀ ਨਹੀਂ, ਵੀ ਉਹਨੂੰ ਰੋਟੀ ਵੀ ਦੇ ਕੇ ਭੇਜਦਾ ਸੀ ਤੇ ਨਾਲ ਕੋਈ ਨਾ ਕੋਈ ਜਾਨਵਰ ਦੇ ਕੇ ਭੇਜਦਾ ਸੀ, ਆਇਆ ਖਾਲੀ ਨਾ ਜਾਈ। ਸਹੀ ਸਹੀ ਸਹੀ। ਕੋਈ ਉਸਤਾਦ ਕੋਈ ਸ਼ਾਗਿਰਦ ਮਾਲਾ ਆਂਦਾ ਸੀ ਨਾ, ਉਹਨੇ ਸ਼ਾਗਿਰਦ ਕਰਨਾ ਹੁੰਦਾ ਸੀ ਤਾਂ ਪੱਲਿਓ ਮਠਿਆਈ ਬਣਵਾਉਂਦਾ ਸੀ। ਸਹੀ। ਪੱਲਿਓ ਉਹਨੂੰ ਪਰਨਾ ਦਿੰਦਾ ਸੀ ਕਿ ਤੂੰ ਮੇਰੀ ਸ਼ਾਗਿਰਦੀ 'ਚ। ਸਹੀ। ਹੁਣ ਕੌਣ ਕਰਦਾ ਜੇ? ਨਹੀਂ ਹੁਣ ਦੇਖੋ ਨਾ ਸਾਡੀ ਵਕਤ ਦੇ ਨਾਲ ਨਾਲ ਹਰ ਚੀਜ਼ ਚੇਂਜ ਹੋ ਗਈ। ਹੁਣ ਮੈਂ ਕਈ ਉਸਤਾਜ਼ਾ ਕਰਾਮ ਕੋਲੋਂ ਸੁਣਿਆ ਕਿ ਲੋਕ ਲਾਲਚ ਵਾਸਤੇ ਸ਼ਾਗਿਰਦੀ ਕਰਦੇ ਨੇ ਕਿ ਉਸਤਾਦ ਕੋਲੋਂ ਕਬੂਤਰ ਠੱਗ ਲਈਏ। ਹਾਂਜੀ। ਲਾਲਚ ਵਾਸਤੇ ਸ਼ਾਗਿਰਦੀ, ਉਸਤਾਦੀ ਸ਼ਾਗਿਰਦੀ ਵੀ ਲਾਲਚ ਵਾਲੀ ਹੋ ਗਈ। ਕਿਉਂਕਿ ਅਗਰ ਉਹ ਉਸਤਾਦ ਕਦਰ ਕਰਦੇ ਸੀ, ਹੁਣ ਉਹ ਉਸਤਾਦ ਕਦਰ ਇਸ ਵਾਸਤੇ ਨਹੀਂ ਕਰਦੇ ਜ਼ਿਆਦਾਤਰ ਕਿ ਇਹ ਲਾਲਚ ਕਰਦੇ ਨੇ, ਇਹ ਤਲਕ ਬਣਾਉਂਦੇ ਨੇ ਚੀਜ਼ ਲੈਣ ਵਾਸਤੇ, ਸ਼ਾਗਿਰਦੀ ਕਰਦੇ ਨੇ ਚੀਜ਼ ਲੈਣ ਵਾਸਤੇ, ਕਿ ਦਿਲੋਂ ਸ਼ਾਗਿਰਦ ਨਹੀਂ ਬਣਦੇ। ਇਹ ਤੁਸੀਂ ਨੋਟ ਕੀਤਾ ਹੋਣਾ।
ਸਰ ਜੀ ਸਭ ਤੋਂ ਵੱਡੀ ਗੱਲ ਹੀ ਹੈ ਵੇ ਤੇ ਜੇ ਕੋਈ ਸ਼ਾਗਿਰਦ ਕੋ ਅੱਲਾ ਵਾਲਾ ਹੁੰਦਾ ਨਾ ਤੇ ਉਹਨੂੰ ਅੱਗੋਂ ਉਸਤਾਦ ਉਹੋ ਜਿਹਾ ਮਿਲ ਜਾਂਦਾ। ਸਹੀ। ਮੈਂ ਤਕਰੀਬਨ 3 ਸਾਲ ਪਹਿਲੇ ਤੁਹਾਡੇ ਨਾਲ ਰਾਬਤਾ ਹੈ ਜਦੋਂ ਮੈਂ ਤੁਹਾਨੂੰ ਸਵਾਲ ਕੀਤਾ ਜੀ ਪਾਕਿਸਤਾਨ ਚ ਪਹਿਲਾ ਕੱਪ ਕਦੋਂ ਉੱਡਿਆ? ਹਾਂਜੀ ਬਿਲਕੁਲ ਅਸੀਂ ਕਿੰਨੇ ਜਿੱਤਿਆ ਸੀ? ਸਹੀ ਬਿਲਕੁਲ ਅਸੀਂ ਕਿੰਨੀਆਂ ਛੱਤਾਂ ਸੀ? ਕਿੰਨੇ ਲੱਖਾਂ ਕਰੋੜਾਂ ਦਾ ਸੀ? ਮੈਨੂੰ ਸਵਾਲ ਤੁਸੀਂ 6 ਮਹੀਨੇ ਬਾਅਦ ਗਿਆ ਜੀ ਕੁਛ ਹਾਂਜੀ ਨਹੀਂ ਬਿਲਕੁਲ ਨਹੀਂ ਮਿਲਿਆ ਸੀ ਕਿਤੇ ਵੀ, ਬੜਾ ਮੈਂ ਤਲਾਸ਼ ਕੀਤਾ, ਉਹ ਤੁਸੀਂ ਦੱਸਿਆ ਸੀ ਮੈਂ ਤੁਹਾਨੂੰ 12 ਦੱਸਿਆ ਕਿ ਐਂਟਰੀ ਸੀ ਜੀ ਤੇ 9 ਛੱਤਾਂ ਸੀ। ਹਾਂਜੀ ਠੀਕ ਹੈ, ਮੈਨੂੰ ਅੱਜ ਵੀ ਯਾਦ ਹੈ। ਪੌਣੇ 8 ਤੋਂ ਲੈ ਕੇ ਪੌਣੇ 1 ਵਜੇ ਤੱਕ ਕਬੂਤਰ ਬੈਠੇ ਸੀ ਤੇ ਜੇਤੂਆਰ ਅਸੀਂ ਸਨ। ਸਹੀ ਸਹੀ ਸਹੀ। ਤੇ ਉਦੋਂ ਜਦੋਂ ਕੱਪ ਦਾ ਨਾਮ ਦਿੱਤਾ ਗਿਆ ਸੀ ਨਾ, ਤੁਸੀਂ ਇਮੇਜਿਨ ਨਹੀਂ ਕਰਨਾ। ਹੁਣ ਲੋਕੀ ਕਹਿੰਦੇ ਨੇ ਕਿ ਜੀ ਉਸਤਾਦ ਨਹੀਂ, ਉਹੋ ਜਿਹਾ ਉਸਤਾਦ ਹੁਣ ਵੀ ਹੋਣਗੇ ਕਿਤੇ ਲੁੱਕੇ ਛੁਪੇ, ਮੈਂ ਨਹੀਂ ਕਿਸੇ ਨੂੰ ਕਹਿੰਦਾ, ਖੁਦਾ ਦੀ ਕਸਮ। 300 ਬੰਦਾ ਸੀ ਤੇ 75 ਪੈਸੇ ਇਨਾਮ ਸੀ ਤੇ 300 ਬੰਦੇ ਨੂੰ ਰੋਟੀ ਵੀ ਖਵਾਈ ਸੀ। ਤੇ ਮਹਿਰ ਬਸ਼ੀਰ ਜਿਹਨਾਂ ਦਾ ਮੈਂ ਤੁਹਾਡੇ ਨਾਲ ਅੱਗੇ ਵੀ ਜ਼ਿਕਰ, ਸਾਡੀ ਉਹਨਾਂ ਨਾਲ ਬਹੁਤ ਜ਼ਿਆਦਾ ਲਾਗਤਬਾਜ਼ੀ ਸੀ, ਸਿਰਫ ਕੀ ਕਬੂਤਰਬਾਜ਼ੀ ਚੋਸਰਾ ਨਹੀਂ, ਬਹੁਤ ਤਗੜਾ ਬੰਦਾ ਸੀ ਮਹਿਰ ਬਸ਼ੀਰ, ਬੜਾ ਸਿਆਣਾ ਬੰਦਾ ਸੀ, ਬੜੇ ਅੱਛੇ ਕਬੂਤਰ ਉੱਡਦੇ ਸੀ। ਸਹੀ, ਇਹ ਨਹੀਂ ਕਿ ਬੜੀ ਗੱਲ ਹੈ ਜੀ, ਬੜੀ ਅੱਛੀ ਗੱਲ ਹੈ, ਐਪਰੀਸ਼ੀਏਟ ਕਰ। ਜਦੋਂ ਇਕੱਠ ਹੋਇਆ ਨਾ ਤੇ ਮਹਿਰ ਬਸ਼ੀਰ ਨਹੀਂ ਆਇਆ ਤੇ ਵੱਡੇ ਤਾਇਆ ਜੀ ਨੇ ਜਦੋਂ ਵੇਖਿਆ ਤੇ ਉਹਨਾਂ ਕਿਹਾ ਓਏ ਉਹ ਵੱਡਾ ਮਹਿਰ ਨਹੀਂ ਆਇਆ ਤੇ ਛੋਟੇ ਤਾਇਆ ਜੀ ਨੇ ਕਿਹਾ ਭਾਜੀ ਉਹ ਨਾਰਾਜ਼ ਹੋਇਆ ਹੈ। ਅੱਛਾ। ਤੇ ਤਾਇਆ ਜੀ ਨੇ ਕਿਹਾ ਸਾਰੇ ਬੰਦੇ ਬਾਹਰ ਕੱਢ, ਉਹਨੂੰ ਲੈ ਕੇ ਆ। ਸਹੀ। ਨਹੀਂ ਮੰਨਦਾ ਤੇ ਉਹਨੂੰ ਚੁੱਕ ਕੇ ਲੈ ਕੇ ਆ। ਸਹੀ। ਉਹ ਫਿਰ ਜਦੋਂ ਲੈ ਗਿਆ ਮਹਿਰ ਬਸ਼ੀਰ ਨੂੰ, ਉਹਦੇ ਨਾਲ ਜੱਫੀ ਪਾਈ। ਯਾਰ ਹਾਰ ਜਿੱਤ ਤੇ ਹੁੰਦੀ ਰਹਿੰਦੀ, 100 ਇਖਤਲਾਫ ਹੁੰਦਾ ਕਬੂਤਰਬਾਜ਼ਾਂ 'ਚ। ਸਹੀ। 100 ਇਖਤਲਾਫ ਹੁੰਦਾ ਕਬੂਤਰ ਤੇ, ਤੂੰ ਨਾਰਾਜ਼ ਹੋ ਕੇ ਘਰ ਬੈਠਾ ਨਹੀਂ ਇਹ ਵਾ। ਉਹਨਾਂ ਕਿਹਾ ਯਾਰ ਉਦੋਂ, ਹੁਣ ਤੇ ਭਾਈ ਹਰ ਗਲੀ 'ਚ 10 ਕਬੂਤਰਬਾਜ਼ ਨੇ। ਸਹੀ। ਉਦੋਂ ਤਾਂ ਕਬੂਤਰਬਾਜ਼ ਲੱਭਣਾ ਪੈਂਦਾ ਸੀ ਕਿ ਕਿੱਥੇ ਕਿਸੇ ਨੇ ਕਬੂਤਰ ਰੱਖੇ ਨੇ। ਉਦੋਂ ਆਪਣੀਆਂ ਦਫਾਂ 'ਚ ਬਾਜ਼ੀਆਂ ਉੱਡ ਗਈਆਂ ਸੀ। ਸਹੀ। ਕਿਉਂਕਿ ਕਿਸੇ ਨਾਲ ਹੁੰਦਾ ਨਹੀਂ ਸੀ, ਕਿਸੇ ਦੇ ਕੋਈ ਬੰਦੇ 4 ਵਾਂਗੋ ਨੇ ਯਾਰ ਆਪਸ ਦੀ ਦਫ਼ 'ਚ ਡਾਲੋ, ਕਿਸੇ ਕੋ ਕੀ ਜਾਣਾ, ਪਹਿਲੇ ਆਪਸ 'ਚ ਤੇ ਵੇਖੋ ਤੁਸੀਂ ਇੰਨੇ ਜੋਗੇ ਹੈ, ਕਿਸੇ ਨੂੰ ਬੋਲੋ ਜਾ ਕੇ ਫੜਨ ਜੋਗੇ ਵੀ ਹੋਗੇ ਨਹੀਂ। ਸਹੀ ਗੱਲ ਹੈ। ਆਪ ਤੁਸੀਂ ਡਾਂਨ ਜੋਗੇ ਨਹੀਂ ਤੇ ਕਿਸੇ ਤੀਸਰੇ ਕੋਲ ਜਾ ਕੇ ਕਹੋ ਜੀ ਭਾਜੀ ਬਾਜ਼ੀ ਲਾ। ਪਹਿਲੇ ਅਗਲਾ ਇੰਨੇ ਜੋਗਾ ਹੁੰਦਾ ਸੀ। ਸਹੀ। ਪਹਿਲੇ ਬੰਦਾ ਆਪ ਜਿੰਨਾ ਮਰਜ਼ੀ ਇੱਜ਼ਤਦਾਰ ਸੀ, ਉਹ ਪਹਿਲੇ ਆਉਣ ਵਾਲੇ ਨੂੰ ਇੱਜ਼ਤ ਦਿੰਦਾ ਸੀ। ਇੱਜ਼ਤ ਦੇ ਹੁਣ ਵੀ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਕਿ ਹੁਣ ਕੋਈ ਨਹੀਂ। ਹੁਣ ਤੁਹਾਨੂੰ ਮੈਂ ਅੱਗੇ ਗੱਲ ਦੱਸਣ ਡਿਆ ਸਾਂ, ਮੈਨੂੰ ਦੁੱਖ ਹੁੰਦਾ, ਮੈਂ ਉਸ ਬੰਦੇ ਨੂੰ ਕੁਝ ਨਹੀਂ ਕਹਿ ਸਕਦਾ। ਮੈਂ ਇੱਕ ਸੜਕ ਤੋਂ ਗੁਜ਼ਰ ਰਿਹਾ ਸਾਂ ਮੋਟਰਸਾਈਕਲ ਤੇ ਜੀ, ਚੌਥੀ ਮੋਹਰ ਲੱਗੀ ਸੀ, ਬੱਚੇ ਦੇ ਪੈਰ 'ਚ ਕੜੀ ਕੋਈ ਨਹੀਂ ਸੀ। ਮੈਂ ਅੱਜ ਤੱਕ ਕੜੀ ਵਾਲਾ ਕਬੂਤਰ ਨਹੀਂ ਰੱਖਿਆ, ਜੇ ਕੋ ਮੇਰੇ ਕੋ ਆ ਵੀ ਜਾਵੇ ਮੈਂ ਫੋਨ ਕਰਨਾ, ਅਗਲੇ ਨੂੰ ਕਹਿਣਾ ਆ ਕੇ ਲੈ ਜਾ। ਮੈਂ ਇਸੇ ਗੱਲ ਤੋਂ ਗੱਲ ਨਿਕਲੀ, ਮੈਂ ਇੱਕ ਮਾਦੀ ਫੜੀ, ਲਗਣ ਨੇ ਪਾ ਰਹੀ ਸੀ 4 ਵਜੇ ਜੇੜ 'ਚ। ਮੈਂ ਬੰਦੇ ਨੂੰ ਫੋਨ ਕੀਤਾ ਤੇ ਉਹਨੇ ਬਸ ਦੱਸਿਆ, ਮੈਂ ਕਿਹਾ ਯਾਰ ਇਸ ਤਰ੍ਹਾਂ ਮਾਦੀ ਫੜੀ ਹੈ। ਤੇ ਉਹਨੇ ਮੈਨੂੰ ਪਤਾ ਕੀ ਕਿਹਾ, ਜੇ ਤਾਂ ਕੋਈ 500-700 ਲੈਣੀ ਤੇ ਦੱਸ ਦੇ, ਅਸੀਂ ਆ ਜਾਣਾ ਮਾਦੀ ਲੈਣ। ਅੱਛਾ। ਮੈਂ ਕਿਹਾ ਯਾਰ ਤੀਸਰੀ ਮੋਹਰ ਤੇ ਮੈਂ ਮਾਦੀ ਤੇਰੀ ਫੜੀ, ਤੇਰੇ ਘਰ ਬਹਿੰਦੀ ਰਹੀ, ਆਹ ਬਹਿੰਦੀ ਰਹੀ। ਮੈਂ ਤੇਰੇ ਕੋਲ ਪੈਸੇ ਮੰਗੇ ਨੇ ਨਹੀਂ। ਮੈਂ ਕਿਹਾ ਉਹਨੂੰ ਲਗੜ ਨੇ ਪਾੜਿਆ। ਸਹੀ। ਤੇ ਉਹ ਡਿੱਗੀ ਹੈ ਮਾਦੀ। ਸਹੀ। ਤੇ ਮੈਂ ਕਿਹਾ ਮੇਰਾ ਐਡਰੈਸ ਸੀ, ਤੂੰ ਜਿੱਡਾ ਮਰਜ਼ੀ ਭਲਵਾਨ ਹੈ, ਹੁਣ ਮੇਰੇ ਕੋਲ ਮਾਦੀ ਲੈ ਕੇ ਵਾਹ। ਸਹੀ। ਸਹੀ। ਉਹਨੇ ਦੁਨੀਆ ਜਹਾਨ ਦੀ ਸਿਫਾਰਿਸ਼ ਪਾਈ, ਮੈਨੂੰ ਮਾਦੀ ਨਹੀਂ ਦਿੱਤੀ। ਸਹੀ। ਕਿ ਇਹੋ ਜਿਹਾ ਹੁਣ ਸਾਰਿਆਂ ਨੂੰ ਅਸੀਂ ਬੁਰਾ ਵੀ ਨਹੀਂ ਕਹਿ ਸਕਦੇ, ਚੰਗਾ ਵੀ ਨਹੀਂ। ਉਹ ਮੈਂ ਬੱਚਾ ਫੜਿਆ ਜੀ, ਮੈਂ ਸੜਕ ਤੋਂ ਲੰਘ ਰਿਹਾ ਵਾਂ ਬਾਈਕ ਤੇ ਉਹ ਗੇਟ ਨਾਲ ਵੱਜ ਕੇ ਡਿੱਗ ਪਿਆ। 4 ਮੋਹਰਾਂ ਲੱਗੀਆਂ ਜੀ। ਚੌਥੀ ਮੋਹਰ ਤੇ 4 ਵਜੇ ਦਾ ਟਾਈਮ, 5 ਵਜੇ ਦਾ। ਮੈਂ ਘਰ ਲਿਆ ਕੇ ਸਾਂਭਿਆ ਤੇ ਮੈਨੂੰ ਇੰਨਾ ਕੁ ਅਫਸੋਸ ਹੋਇਆ ਕਿ ਯਾਰ ਉਹ ਕੈਸਾ ਮਾਲਕ ਹੈ ਜਿਹਨੂੰ ਇਹ ਨਹੀਂ ਪਤਾ ਕਿ ਮੇਰਾ ਸਵੇਰੇ ਬੱਚਾ ਪਰਵਾਜ਼ ਦੇਣ ਜੋਗਾ ਹੈਗਾ, ਮੈਂ ਉਹਨੂੰ ਡੱਕ ਕੇ ਕੋਈ ਨਵਾਂ ਪਾ ਲਵਾਂ। ਉਹਨੂੰ ਉਹਦੀ ਜਾਨ ਅਜ਼ੀਜ਼ ਨਹੀਂ। ਇਹ ਵੀ ਤੇ ਜ਼ੁਲਮ ਹੈ ਨਾ ਯਾਰ ਭਾਈ। ਤੂੰ ਹੁਣ ਰੋਜ਼ਾਨਾ 10 ਕਿਲੋਮੀਟਰ ਦੌੜ ਕੇ ਆਣ ਡਿਆ ਤੇ ਸਾਨੂੰ ਨਜ਼ਰ ਵੀ ਆਣ ਡਿਆ ਕਿ ਯਾਰ ਹੁਣ ਤੂੰ 1 ਮੀਲ ਵੀ ਬੜੀ ਮੁਸ਼ਕਲਾਂ ਭੱਜਣਾ, ਤੇ ਫਿਰ ਤੈਨੂੰ ਮੈਂ ਟੀਕਾ ਲਾਵਾਂ ਤੇ ਤੈਨੂੰ ਕਹਾਂ ਭੱਜ ਜਾ ਯਾਰ 10 ਕਿਲੋਮੀਟਰ। ਸਹੀ ਨਹੀਂ ਭੱਜਿਆ, ਤੇਰੀ ਕੀ ਹਾਲਤ ਹੋਏਗੀ। ਆ ਜਿਹੜੇ ਕਬੂਤਰ ਛੱਡਦੇ ਨੇ ਸਿਰਫ ਐਸੇ ਵਜ੍ਹਾ ਤੋਂ ਛੱਡਦੇ ਨੇ। ਆ 10 ਰੁਪਏ ਦਾ ਚਾਈਨਾ ਦਾ ਟੀਕਾ ਨਿਕਲਿਆ, ਆ 2 ਰੁਪਏ ਦੀ ਗੋਲੀ ਹੈ ਜਿਹਨੇ ਕਬੂਤਰਬਾਜ਼ੀ ਨੂੰ ਬੇੜਾ ਗਰਕ ਕਰ ਦਿੱਤਾ। ਸਹੀ। 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 ਉਹ ਯਾਰ ਖੁਰਾਕ ਬਣਾ